ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਆਦਰਣੀਏ ਸਾਹਿਬ ਕਮਾਲ बारगाहे इनायत के मालिक कलयुगी जीवों के उद्धार करता साहिब सहाबा जोत रूप हर आप महिमा दे मालिक तन 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 गुरु पिता कल की तेर गुरु गोबिंद सिंह महाराज जी दे महान जन्म स्थान सचखंड तखत श्री हरमंदर जी पटना साहिब दियाँ अजीमुल शान हाज़रियाँ पर रही गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीजुल नवाज गनीमुल खुराखराज कादरे हर कार बेकसारा यार गुरु गोबिंद सिंह महाराज जी दे चरण कमलों च प्राप्त होया। सतगुरु जी दी अथाह निवाजिश दा सदका सौदर चौंकी दे कीर्तन हर कीरत हमरी रह रास आरती अरदास ते सदाए खास सतगुरु जी दे हुक्मनामे आपने सरवण कीते हैं। कुछ समा होर मेरियां पीरियां दे दाते पार ब्रह्म परमेश्वर दी बारगाह दा तखत संसार ते प्रगट करन वाले गुरु हरगोबिंद साहब महाराज जी दियाँ अमृत जीवन कथड़ियाँ बाबाणियाँ कहानियाँ गुरु इतिहास विचार गुरु दीदार दा बायस बन सके एकाग्रता अदब ते आनंद दी दात झोली च पै सके। इसलिए जितने माता भ्राता सरदा सत्कार सहित हाज़री पर रहे हो दुआ हत्थां नूं हिरदे दे सामने जोड़ो नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे श्री चरण कमलां ते टिकिया है ते साहिब जियां ने मेहर भरिया हथ साडे सिर ते रखिया होया। सतगुरु जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरू जी की फतेह। कल तक सरवण करदियां इतना आपने सरवण किया कि रात का जो भयानक जंग होया उस विच लला बेग दी कोई 25,000 सेना मारी गई। 10,000 सैनिक बचे सन। उन्होंने कासम बेग दे कहण ते इस ढंग दे नाल अगे प्रेर के लियाए ते देखते पे ने कि कोहां तक लाशां ही लाशां खिलरियां हुई ने।
ਗੁਰਸਿੱਖਾਂ ਦਾ ਕੋਈ ਉੱਥੇ ਸਰੀਰ ਡਿੱਗਿਆ ਹੋਇਆ ਇਹਨਾਂ ਨੂੰ ਦਿਖਾਈ ਨਹੀਂ ਪੈ ਰਿਹਾ। ਬੜੇ ਹੈਰਾਨ ਹੋ ਰਹੇ ਨੇ ਕਿ ਸਾਡੀ ਸੈਨਾ ਨੂੰ ਕੌਣ ਮਾਰ ਗਿਆ। ਕੋਈ ਆਸਮਾਨ ਤੋਂ ਆਫਤ ਆ ਪਈ ਹੈ ਜਾਂ ਆਪਸ ਵਿੱਚ ਕੱਟ ਕੇ ਮਰ ਗਏ ਹਨ। ਬੜਾ ਖੂਨ ਵਗਿਆ ਹੋਇਆ। ਆਮਿਕ ਸਰੋਣਤ ਸੁਟਤ ਬਹੁ ਬਹਿ ਚਾਲਿਓ ਸਾਰੇ। ਖੂਨ ਦੇ ਦਰਿਆ ਵਗੇ ਹੋਏ ਨੇ ਤੇ ਜ਼ਮੀਨ ਦੀ ਧੂੜ ਗਾਰਾ ਖੂਨ ਦਾ ਬਣੀ ਹੋਈ। ਅਰਣ ਬਰਣ ਕੀ ਚੂਨਰੀ ਅਵਨੀ ਜਨ ਧਾਰੇ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਧਰਤੀ ਮਾਤਾ ਨੇ ਆਪਣੇ ਸਿਰ ਤੇ ਲਾਲ ਰੰਗ ਦੀ ਚੁੰਨੀ ਲੈ ਲਈ ਹੋਈ। ਇਸ ਤਰ੍ਹਾਂ ਤੁਰਕ ਸੈਨਾ ਦਾ ਖੂਨ ਮਿੱਟੀ 'ਚ ਮਿਲ ਕੇ ਲਾਲ ਸੁਰਖ ਰੰਗ ਬਣਿਆ ਹੋਇਆ। ਔਰ ਇਸ ਢੰਗ ਦੇ ਨਾਲ ਪੰਛੀ ਉੜ ਚੋ ਦਿਸ਼ਾ ਤੇ ਬਾਇਸ ਗ੍ਰਿਜ ਆਏ। ਚਾਰੇ ਪਾਸਿਆਂ ਤੋਂ ਕੰਕ ਸਫੈਦ ਇੱਲਾਂ ਤੇ ਗਿਰਜਾਂ ਇਹ ਮਾਸ ਭਖਸ਼ਣ ਕਰਨ ਵਾਸਤੇ ਆ ਗਈਆਂ ਨੇ। ਰੌਲਾ ਪਿਆ ਹੋਇਆ, ਚੀਖ ਰਹੀਆਂ ਨੇ। ਕੰਕਾਦ ਆਮਕ ਪਖੀ ਭਰਮੈ ਸਮੁਦਾਇ। ਜੰਬਕ ਤ੍ਰਿਪਤ ਪੁਕਾਰ ਤੇ ਖਾਇਓ ਮਨ ਭਾਇਓ। ਮਨੋ ਅਸੀਸਾਂ ਦੇਤ ਗੁਰ ਲਖ ਹਮ ਤ੍ਰਿਪਤਾਇਓ। ਗਿੱਦੜ ਆਦਿਕ ਜੰਗਲੀ ਕੁੱਕਰ ਤੇ ਹੋਰ ਇਸ ਤਰ੍ਹਾਂ ਦੇ ਜਾਨਵਰ ਉਹ ਮਰੇ ਹੋਏ ਤੁਰਕਾਂ ਦੀਆਂ ਲਾਸ਼ਾਂ ਖਿੱਚ ਕੇ ਲੈ ਜਾ ਰਹੇ ਨੇ। ਇਤਨਾ ਵੱਡਾ ਨੁਕਸਾਨ ਇਹਨਾਂ ਦਾ ਕਿਉਂ ਹੋਇਆ? ਪਰਮਾਤਮਾ ਸਭ ਦਾ ਦਾਤਾ ਹੈ। ਜਾਜਕ ਅਨੇਕ ਸੋ ਏਕ ਦਿਵਈਆ। ਅੱਜ ਦਾ ਨਹੀਂ ਦੇ ਰਿਹਾ, 84 ਲੱਖ ਜੋ ਨੂੰ ਪਾਈ। ਰਿਜ਼ਕ ਦਿਆ ਸਭ ਹੂੰ ਕੋ ਤਦ ਕਾ। ਜਦੋਂ ਦੀ ਧਰਤੀ ਉਸਨੇ ਸਾਜੀ ਹੈ, ਬ੍ਰਹਿਮੰਡ ਸਾਜਿਆ, ਜੀਵ ਜੰਤੂ ਸਾਜੇ ਨੇ, ਉਦੋਂ ਦਾ ਹੀ ਰਿਜ਼ਕ ਦਾ ਵੀ ਨਾਲ ਉਸਨੇ ਪ੍ਰਬੰਧ ਕੀਤਾ ਹੋਇਆ। 84 ਲੱਖ ਜੋਨ ਉਹ ਪਾਈ। ਰਿਜ਼ਕ ਦਿਆ ਸਭ ਹੂੰ ਕੋ ਤਦ ਕਾ। ਉਦੋਂ ਦਾ ਹੀ ਰਿਜ਼ਕ ਦਿੱਤਾ ਹੋਇਆ, ਅੱਜ ਦਾ ਨਹੀਂ। ਇਸ ਲਈ ਰਿਜ਼ਕ ਦੀ ਚਿੰਤਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ। ਜਿਹੜੇ ਰਿਜ਼ਕ ਦੀ ਚਿੰਤਾ ਕਰਦੇ ਨੇ, ਰੋਟੀ ਦੀ ਚਿੰਤਾ ਕਰਨਾ, ਭੋਜਨ ਦੀ ਚਿੰਤਾ ਕਰਨਾ, ਆਪਣੇ ਬੱਚਿਆਂ ਦੇ ਸੰਜੋਗਾਂ ਦੀ ਚਿੰਤਾ ਕਰਨਾ, ਕਿਸੇ ਪ੍ਰਕਾਰ ਦੀ ਵੀ ਚਿੰਤਾ ਕਰਨਾ, ਇਹ ਆਪਣੇ ਸਾਹਿਬ ਦਾ ਅਪਮਾਨ ਕਰਨ ਬਰਾਬਰ ਹੈ। ਕਿਉਂਕਿ ਉਸਨੇ ਸਭ ਕੁਝ ਆਪ ਕੀਤਾ ਹੋਇਆ। ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ। ਆਪ ਚਿੰਤਾ ਕਰਦਾ ਪਿਆ। ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੈ। ਸਭ ਘਟ ਪੀਤਰ ਹਾਟ ਚਲਾਵੈ। ਆਪ ਚਿੰਤਾ ਕਰ ਰਿਹਾ। ਦੇ ਜੀਆਂ ਰਿਜ਼ਕ ਸੰਭਾਹੇ। ਆਪ ਕੈਰੀ ਕਰਕੇ ਚੁੱਕ ਕੇ ਲਿਆ ਕੇ ਜਿੱਥੇ ਕੋਈ ਬੈਠਾ ਹੈ ਉੱਥੇ ਹੀ ਭੋਜਨ ਦੇ ਰਿਹਾ। ਆਪ ਵਾਹਕ ਬਣ ਕੇ, ਸੰਵਾਹਕ ਬਣ ਕੇ ਫਿਰ ਭੋਜਨ ਇਤਨੇ ਸਲੀਕੇ ਨਾਲ ਦਿੰਦਾ ਹੈ, ਸਾਨੂੰ ਲੱਗਦਾ ਅਸੀਂ ਬਾਜ਼ਾਰ 'ਚੋਂ ਖਰੀਦ ਕੇ ਲਿਆਏ ਹਾਂ, ਉਸਨੇ ਹੀ ਪਹੁੰਚਾਇਆ। ਸਬਜ਼ੀ ਲਿਆਂਦੀ ਹੈ, ਮਜ਼ਾਲ ਹੈ ਕੋਈ ਕੱਦੂ ਸੜਿਆ ਹੋਇਆ ਨਿਕਲ ਆਵੇ ਜਾਂ ਕੋਈ ਖਰਾਬ ਨਿਕਲ ਆਵੇ, ਭਿੰਡੀਆਂ ਟੁੱਟੀਆਂ ਹੋਈਆਂ ਨਿਕਲ ਆਵਣ। ਐਸਾ ਹੋਇਆ ਕਦੀ? ਕਿਉਂਕਿ ਉਹ ਦੇਣ ਵਾਲੇ ਦਾ ਢੰਗ ਵੀ ਨਵਾਂ ਹੈ, ਨਿਰਾਲਾ ਹੈ, ਆਪ ਵੀ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਦਾਤਾਰ। ਤੇ ਦਾਤਾਂ ਦੇਣ ਦਾ ਢੰਗ ਵੀ ਨਿਤ ਨਵਾਂ ਹੈ। ਸਾਨੂੰ ਤੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਹਾਂ, ਜਾਪ ਕਰਨਾ ਸਾਨੂੰ ਸਤਿਗੁਰੂ ਜੀ ਨੇ ਆਖਿਆ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਜਿਨ੍ਹਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਉਹਨਾਂ ਨੂੰ ਤਾਂ ਚਿੰਤਾ ਰਹਿ ਹੀ ਨਹੀਂ ਸਕਦੀ। ਉਹਨਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਦੀ ਚਿੰਤਾ ਮਿਟਾਉਣ ਵਾਸਤੇ ਹੀ ਜਗਤ 'ਤੇ ਆਏ ਨੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਏ। ਇਸ ਲਈ ਇਹਨਾਂ ਦਾ ਇਹ ਹਾਲ ਹੋਇਆ ਬਈ ਚਿੰਤਾ 'ਚ ਪਿਆ ਹੋਇਆ ਨੇ। ਰਿਜ਼ਕ ਤੇ ਸਭ ਨੂੰ ਪ੍ਰਭੂ ਦੇ ਰਿਹਾ, ਸਾਧਨ ਸੁੱਖ ਮੁਹੱਈਆ ਕਰਾ ਰਿਹਾ, ਪਰ ਇਹਨਾਂ ਨੇ ਦੂਜਿਆਂ ਦਾ ਹੱਕ ਖੋਹਣ ਦਾ ਯਤਨ ਕੀਤਾ। ਮਹਾਰਾਜ ਜੀ ਵਾਸਤੇ ਘੋੜੇ ਲੈ ਕੇ ਸੰਗਤਾਂ ਆ ਰਹੀਆਂ ਸਨ, ਇਹਨਾਂ ਨੇ ਖੋਹ ਲਏ ਘੋੜੇ। ਘੋੜੇ ਵੀ ਕੋਲ ਨਾ ਰਹੇ ਤੇ ਦੂਜੇ ਦਾ ਹੱਕ ਮਾਰਨ ਦਾ, ਦੂਜੇ ਦੀ ਵਸਤੂ ਖੋਹਣ ਦਾ, ਦੂਜੇ ਨੂੰ ਧੱਕਾ ਕਰਨ ਦਾ ਇਹਨਾਂ ਨੂੰ ਪਾਪ ਇਹ ਲੱਗਿਆ ਕਿ ਇੱਕ ਰਾਤ ਵਿੱਚ ਹੀ 25,000 ਸੈਨਿਕ ਨੇਸਤੋ ਨਾਬੂਦ ਹੋ ਗਏ, ਧਰਾਸ਼ਾਹੀ ਹੋ ਗਏ, ਖਾਕਦੋਜ਼ ਹੋ ਗਏ। ਵੈਸੇ ਇੱਕ ਪ੍ਰਭੂ ਦਾ ਨਿਯਮ ਹੈ, ਕੋਈ ਕਿਸੇ ਦਾ ਹੱਕ ਖਾ ਨਹੀਂ ਸਕਦਾ, ਵੱਸ ਦੀ ਗੱਲ ਨਹੀਂ। ਸਭ ਦੀ ਖੁਰਾਕ ਦੀ ਆਪਣੀ ਆਪਣੀ ਮਿਕਦਾਰ ਹੈ। ਜੇ ਇੱਕ ਕੀੜੀ ਚਾਹੇ ਬਈ ਜਿਹੜਾ ਹਾਥੀ ਦੀ ਖੁਰਾਕ ਹੈ ਮੈਂ ਖਾ ਲੈਣੀ ਹੈ, ਤਾਂ ਖਾ ਲਏਗੀ, ਉਹਦੇ ਵੱਸ ਦੀ ਹੈ। ਉਸਨੇ ਤੇ ਕਈ ਕਈ ਮਣ ਪੱਤੇ, ਘਾਹ, ਦਰਖਤਾਂ ਦੀਆਂ ਸ਼ਾਖਾਵਾਂ ਖਾਣੀਆਂ ਨੇ, ਤੇ ਕੀੜੀ ਆਖੇ ਮੈਂ ਇਹਦਾ ਖਾ ਲੈਣਾ, ਤੂੰ ਕਿਵੇਂ ਖਾ ਲਏਗੀ? ਇਹ ਸੋਚਣਾ ਹੀ ਗਲਤ ਹੈ। ਹਾਂ, ਜੇ ਖਾਣ ਜਾਏਗੀ ਤੇ ਹੋ ਸਕਦਾ ਆਪ ਹੀ ਖਾਧੀ ਜਾਏ ਪੱਤਿਆਂ ਦੇ ਨਾਲ ਹੀ, ਪਤਾ ਹੀ ਨਾ ਚੱਲੇ। ਇਸ ਲਈ ਕੋਈ ਚੁਰਾ ਕੇ, ਕੋਈ ਛਲ ਕੇ, ਕੋਈ ਧੱਕੇ ਨਾਲ ਕਿਸੇ ਦਾ ਹੱਕ ਨਹੀਂ ਖਾ ਸਕਦਾ। ਤੇ ਜੇ ਉਹ ਇਸ ਤਰ੍ਹਾਂ ਦਾ ਯਤਨ ਕਰਦਾ ਹੈ ਤੇ ਜੋ ਬਰਕਤਾਂ ਉਹਨੂੰ ਮਿਲਣੀਆਂ ਹੁੰਦੀਆਂ ਨੇ ਉਹ ਘਟ ਜਾਂਦੀਆਂ ਨੇ। ਉਹ ਸਾਰਾ ਆਪਣਾ ਹੀ ਕੋਈ ਖਾਂਦਾ ਹੈ, ਦੂਜੇ ਦਾ ਨਹੀਂ। ਇਸ ਲਈ ਇਹਨਾਂ ਨੇ ਧੱਕਾ ਜ਼ੁਲਮ ਕਰਕੇ ਮਹਾਰਾਜ ਜੀ ਵਾਸਤੇ ਜੋ ਘੋੜੇ ਆਏ ਸਨ, ਉਹ ਚੁਰਾਉਣੇ ਚਾਹੇ, ਲੁਕਾਉਣੇ ਚਾਹੇ, ਉਹ ਲੁਕ ਤੇ ਨਾ ਸਕੇ। ਆਪਣੇ 25,000 ਸੈਨਿਕ ਵੀ ਮਰਵਾ ਲਏ। ਕਸ਼ਟ ਹੋਇਆ, ਦੁੱਖ ਹੋਇਆ। 25,000 ਸੈਨਿਕ ਤਿਆਰ ਕਰਨੇ ਕੋਈ ਸੌਖੀ ਗੱਲ ਨਹੀਂ। ਰਾਤ ਦੇ ਹਨੇਰੇ ਵਿੱਚ ਆਪਣੇ ਆਪ ਹੀ ਇੱਕ ਦੂਜੇ ਨੂੰ ਮਾਰ ਮਾਰ ਕੇ ਮਰ ਗਏ। ਜੰਬੁਕ ਤ੍ਰਿਪਤ ਪੁਕਾਰ ਤੇ ਖਾਇਓ ਮਨ ਪਾਇਓ। ਗਿੱਦੜ ਆਦਿਕ ਮਾਸਾਹਾਰੀ, ਕੁੱਕਰ ਆਦਿਕ ਚਿੱਟੀਆਂ ਗਿਰਜਾਂ ਤੇ ਇੱਲਾਂ, ਇਹ ਸਭ ਮਾਸ ਖਾ ਖਾ ਕੇ ਮਾਨੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੀਆਂ ਨੇ ਵੀ ਮਹਾਰਾਜ ਤੁਹਾਡੇ ਕਰਕੇ ਸਾਨੂੰ ਰੱਜ ਕੇ ਭੋਜਨ ਖਾਣਾ ਮਿਲ ਗਿਆ। ਇਹਨਾਂ ਦਾ ਨੁਕਸਾਨ ਇਹਨਾਂ ਦੇ ਲਾਲਚੀ ਸੁਭਾਅ ਕਰਕੇ ਹੋਇਆ, ਲਾਲਚੀ ਬਿਰਤੀ ਕਰਕੇ ਹੋਇਆ। ਔਰ ਹੰਕਾਰ ਵੀ ਬੜਾ ਹੈ, ਲਾਲਚ ਵੀ ਬੜਾ ਹੈ, ਕ੍ਰੋਧ ਵੀ ਬੜਾ ਜ਼ਿਆਦਾ। ਜਿਹੜਾ ਅਤ ਕ੍ਰੋਧੀ ਹੋਵੇਗਾ ਉਹ ਅਤ ਲੋਭੀ ਵੀ ਹੋਵੇਗਾ। ਇਹ ਨਾਲ ਚੱਲਦੇ ਨੇ ਸਾਰੇ। ਅਤ ਲੋਭੀ ਅਤ ਕਾਮੀ ਹੋਵੇਗਾ, ਦੁਰਾਚਾਰੀ ਹੋਵੇਗਾ, ਸਤਵੰਤੀਆਂ ਦੀ ਪਤ ਰੋਲੇਗਾ, ਤੇ ਅਤ ਕਾਮੀ ਫਿਰ ਅਤ ਹੰਕਾਰੀ ਵੀ ਹੋਵੇਗਾ। ਇਹ ਨਾਲ ਸਾਰੇ ਇਕੱਠੇ ਚੱਲਦੇ, ਵੱਖਰੇ ਵੱਖਰੇ ਨਹੀਂ ਚੱਲ ਸਕਦੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਤ ਹੰਕਾਰੀ ਨੂੰ ਆਪਣੇ ਜੀਵਨ ਦੀ, ਆਪਣੇ ਪਦਾਰਥ ਦੀ, ਆਪਣੇ ਧਨ ਦੀ ਅਤਿਅੰਤ ਪਕੜ ਵੀ ਹੋਵੇਗੀ, ਮੋਹਗ੍ਰਸਤ ਹੋਵੇਗਾ।
ਇਸ ਲਈ ਇਹਨਾਂ ਦਾ ਇਹ ਹਾਲ ਹੋਇਆ। ਮਹਾਰਾਜ ਇਹਨਾਂ ਤੇ ਹਮਲਾ ਕਰਨ ਨਹੀਂ ਗਏ, ਇਹ ਆਪ ਲਾਹੌਰ ਤੋਂ ਚੱਲ ਕੇ ਹਮਲਾ ਕਰਨ ਵਾਸਤੇ ਆਏ ਨੇ ਤੇ ਇਹਨਾਂ ਦੀ 25,000 ਸੈਨਾ ਦਾ ਨਾਸ਼ ਹੋ ਗਿਆ। ਅਗਲੀ ਕਥਾ ਸਰਵਣ ਕਰੀਏ। ਪਹਿਲਾਂ ਇੱਕ ਵਾਰੀ ਜਿਤਨੇ ਬੈਠੇ ਹੋ, ਅਗਲਾ ਸਮਾਂ ਮਹਾਰਾਜ ਦੀ ਅਸੀਸ ਸਦਕਾ ਤੁਹਾਨੂੰ ਅਸੀਂ ਸੁਣਾਉਣ ਦੀ ਸੇਵਾ ਕਰਨੀ ਹੈ। ਪਰ ਪਹਿਲੇ ਮਨ ਕਰਦਾ ਵੀ ਤੁਹਾਡੇ ਕੋਲੋਂ ਕਥਾ ਸੁਣਾਉਣ ਦੀ ਫੀਸ ਲੈ ਲਈਏ। ਤੇ ਆਪ ਆਖੋਗੇ ਫੀਸ ਕੀ ਹੈਗੀ ਹੈ, ਭੇਟਾ ਕੀ ਹੈਗੀ ਹੈ, ਚਾਰਜ ਕੀ ਕਰਨਾ ਹੈ? ਤੋ ਆਪ ਸਾਰੇ ਪ੍ਰੇਮ ਨਾਲ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਸਾਨੂੰ ਸੁਣਾਓ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਪੂਰੇ ਬਲ ਨਾਲ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੁਣ ਸਾਡੀ ਫੀਸ ਮਿਲ ਗਈ ਹੈ, ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਦੇ ਹਾਂ। ਛੂਟਤ ਸਲਖ ਬਡਰੋ ਰਿਪਾ ਥਿਰ ਜੋਧ ਲਰੰਤਾ। ਇਸ ਤਰ੍ਹਾਂ ਦੇ ਨਾਲ ਬੜਾ ਭਿਆਨਕ ਜੰਗ ਮਚਿਆ ਹੋਇਆ। 10,000 ਸੈਨਾ ਹੈ। ਭਾਈ ਜੋਧ ਜੀ ਅੱਗੇ ਲੜਦੇ ਪਏ ਨੇ। ਸੁਟਤ ਸਲਖ ਬਡ ਰੌਰ ਪਾ। 2000 ਬੰਦੂਕਾਂ ਦੀਆਂ ਗੋਲੀਆਂ ਇਕੱਠੀਆਂ ਚੱਲ ਰਹੀਆਂ ਨੇ। ਇੱਧਰੋਂ ਗੁਰੂ ਪਾਤਸ਼ਾਹ ਦੀ ਸੈਨਾ ਵਾਲੇ ਪਾਸਿਓਂ, ਤੇ ਬੰਦੂਕਾਂ ਦਾ ਬੜਾ ਉੱਚਾ ਉੱਚਾ ਸ਼ੋਰ ਹੈ, ਬੜਾ ਉੱਚੀ ਉੱਚੀ ਆਵਾਜ਼ ਹੈ। ਤੜ 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 ਚੱਲ ਰਹੀਆਂ ਨੇ। ਤੇ ਭਾਈ ਜੋਧ ਜੀ ਇਹ ਦੇਖ ਰਹੇ ਹਨ, ਜੰਗ ਕਰ ਰਹੇ ਹਨ। ਤੁਰਕਾਨੀ ਸੈਨਾ ਕਨੀ ਆਈ ਦ੍ਰਿਸ਼ਟੰਤਾ। ਫਿਰ ਉਹਨਾਂ ਨੇ ਦੇਖਿਆ ਬਈ ਤੁਰਕ ਸੈਨਾ ਬਹੁਤ ਵੱਡੀ ਗਿਣਤੀ ਵਿੱਚ ਆ ਰਹੀ ਹੈ ਚੜ੍ਹ ਕੇ। ਬੜੇ ਨਗਾਰੇ ਵਜਾ ਰਹੇ ਨੇ, ਬੜੇ ਨਾਅਰੇ ਲਾ ਰਹੇ ਨੇ, ਬੜੇ ਢੋਲ ਟਮੱਕੇ ਵਜਾਉਂਦੇ ਹੋਏ ਨੇੜੇ ਆਉਂਦੇ ਜਾ ਰਹੇ ਹਨ। ਸ਼ਸਤਰ ਬਸਤਰ ਬਹੁ ਮੂਲ ਕੇ ਹੈ ਥਕਤ ਬਡੇਰੇ। ਉਹਨਾਂ ਦੇ ਕੋਲ ਬੜੇ ਕੀਮਤੀ ਸ਼ਸਤਰ ਨੇ, ਗਹਿਣੇ ਨੇ, ਬਸਤਰ ਨੇ ਤੇ ਬੜੇ ਮੁੱਲ ਦੇ ਘੋੜੇ ਹਨ, ਭਾਵੇਂ ਥੱਕੇ ਹੋਏ ਹਨ। ਤਿਪਤ ਵਿਭੂਖਣ ਜਿਨਹੂ ਕੇ ਬਹੁ ਕੰਚਨ ਕੇਰੇ। ਇਸ ਤਰ੍ਹਾਂ ਬਹੁਤ ਮਹਿੰਗੀਆਂ ਕਾਠੀਆਂ ਘੋੜਿਆਂ ਦੀਆਂ, ਘੋੜਿਆਂ ਦਾ ਸ਼ਿੰਗਾਰ। ਇਹਨਾਂ ਚੋਂ ਲੱਲਾ ਬੇਗ ਆਦਿਕ ਨੇ ਆਪਣੇ ਸਿਰਾਂ ਤੇ ਸੋਨੇ ਦੇ ਤਾਜ ਵੀ ਪਹਿਨੇ ਹੋਏ। ਭਾਵ ਆਪਣੀ ਸੰਪਦਾ ਦਾ ਵੀ ਪ੍ਰਗਟਾਵਾ ਹੈ, ਸ਼ਕਤੀ ਦਾ ਵੀ ਪ੍ਰਗਟਾਵਾ ਹੈ ਤੇ ਆਪਣੀ ਹਉਮੈ ਦਾ ਵੀ ਪ੍ਰਗਟਾਵਾ ਕਰਦੇ ਆ ਰਹੇ ਨੇ। ਵੈਸੇ ਚਾਹੀਦਾ ਤੇ ਨਹੀਂ ਸੀ, ਲਾਜ ਆਉਂਦੀ ਬਈ ਇਤਨੇ ਬੰਦੇ ਮਰਵਾ ਚੁੱਕੇ ਆ, ਲਾਜ ਨਾਲ ਮਰਦੇ, ਪਰ ਇਹ ਫੇਰ ਵੀ ਨਿਰਲੱਜ ਹੋ ਕੇ ਆ ਰਹੇ ਹਨ। ਇੱਕ ਸੂਰ ਦੋਰਿਓ ਗਇਓ ਗੁਰ ਢਿਗ ਸੁਧ ਦੀਨੀ। ਇੱਕ ਘੋੜ ਸਵਾਰ ਨੇ ਘੋੜਾ ਦੌੜਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਭਾਈ ਜੋਧ ਰਾਏ ਜੀ ਦੇ ਕੋਲ ਟਿਕਾਣਾ ਕੀਤਾ ਹੋਇਆ, ਠਹਿਰੇ ਹੋਏ ਨੇ, ਉਹ ਘੋੜਾ ਦੌੜਾ ਕੇ ਮਹਾਰਾਜ ਜੀ ਨੂੰ ਖਬਰ ਕਰਨ ਵਾਸਤੇ ਆਇਆ ਹੈ। ਮਹਾਰਾਜ ਤੁਰਕਾਨ ਕੀ ਸੈਨਾ ਬੜ ਚੀਨੀ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਪਛਾਣ ਲਈ ਹੈ, ਤੁਰਕਾਨੇ ਦੀ ਸੈਨਾ ਬਹੁਤ ਵੱਡੀ ਹੈ, ਬਹੁਤ ਵੱਡੀ ਸੈਨਾ ਲੈ ਕੇ ਆ ਰਹੇ ਹਨ। ਸਭ ਉਮਡੀਰ ਸਭੋ ਕਰੀਰਨ ਖੇਤ ਮਝਾਰਾ। ਸਾਰੀ ਸੈਨਾ ਉਹਨਾਂ ਦੀ ਜਿਤਨੀ ਸੀ ਇਕੱਠੀ ਆ ਗਈ। ਇਸ ਲਈ ਵੀ ਇਹਨਾਂ ਨੂੰ ਹੁਣ ਜ਼ਿਆਦਾ ਦਿਖਾਈ ਪੈ ਰਹੀ ਹੈ, ਕਿਉਂਕਿ ਰਾਤ ਦੇ ਸਮੇਂ ਸੈਨਾ ਦਾ ਪਤਾ ਨਹੀਂ ਚੱਲਿਆ ਵੀ ਕਿਤਨੀ ਹੈ। ਹਨੇਰਾ ਸੀ, ਹਨੇਰੇ ਵਿੱਚ ਇਹ ਸੈਨਾ ਬਿਨਸ ਗਈ, ਮਾਰੀ ਗਈ, ਖਤਮ ਹੋ ਗਈ। ਤੇ 10,000 ਘੋੜ ਸਵਾਰ ਚੜ੍ਹ ਕੇ ਆ ਰਹੇ ਹੋਵਣ, ਨਗਾਰੇ ਵੱਜ ਰਹੇ ਹੋਵਣ, ਟਮਕ ਭੇਰੀਆਂ ਵੱਜ ਰਹੀਆਂ ਹੋਵਣ, ਨਫੀਰੀਆਂ ਵੱਜ ਰਹੀਆਂ ਹੋਵਣ,
ਤੇ ਫਿਰ ਨਾਰੇ ਲੱਗ ਰਹੇ ਹੋਣ ਤੇ ਬੜਾ ਵੱਡਾ ਸ਼ੋਰਗੁਲ ਹੋ ਜਾਂਦਾ ਹੈ। ਲਰਤ ਜੋਧ ਜਾਤੀ ਮਲਕ ਉਤਸਾਹੁ ਉਦਾਰਾ। ਮਹਾਰਾਜ ਸੱਚੇ ਪਾਤਸ਼ਾਹ ਰਣ ਖੇਤ ਵਿੱਚ ਰਣ ਖੇਤ ਮਝਾਰਾ ਭਾਈ ਜੋਧ ਰਾਏ ਤੇ ਜਾਤੀ ਮਲਕ ਬੜੇ ਉਤਸ਼ਾਹ ਨਾਲ ਲੜ ਰਹੇ ਹਨ, ਬੜੇ ਉਦਾਰ ਚਿੱਤ ਦੋਵੇਂ ਸੂਰਮੇ ਹਨ। ਬਾਕੀ ਰਹੇ ਨਾ ਤੁਰਕ ਅਬ ਜੀਵਤ ਸਭ ਆਏ। ਮਹਾਰਾਜ ਸੱਚੇ ਪਾਤਸ਼ਾਹ ਇੰਜ ਲੱਗਦਾ ਹੈ ਬਈ ਸੈਨਾ ਨੂੰ ਦੇਖ ਕੇ ਬਈ ਤੁਰਕ ਹੁਣ ਕੋਈ ਬਾਕੀ ਆਪਣੇ ਘਰਾਂ 'ਚ ਨਹੀਂ ਰਿਹਾ, ਜਿੰਨੇ ਐਸਣ ਸਾਰੇ ਹੀ ਆ ਗਏ। ਭੀੜ ਬਹੁਤੀ ਹੋਵੇ ਨਾ ਤੇ ਇੰਜ ਹੀ ਲੱਗਦਾ। ਰੇਲਵੇ ਸਟੇਸ਼ਨ ਤੇ ਬਹੁਤ ਭੀੜ ਹੋਵੇ ਤੇ ਅਸੀਂ ਕਹਿੰਦੇ ਲੈ ਸਾਰੀ ਦੁਨੀਆ ਹੀ ਗੱਡੀ ਚੜ੍ਹਨ ਆ ਗਈ ਹੈ। ਏਅਰਪੋਰਟਾਂ ਤੇ ਭੀੜ ਹੁੰਦੀ, ਅਸੀਂ ਕਹਿੰਦੇ ਹਾਂ ਲੈ ਸਾਰੀ ਦੁਨੀਆ ਹੀ ਏਅਰਪੋਰਟ ਤੇ ਬੈਠੀ। ਹਸਪਤਾਲ ਕੋਈ ਜਾਵੇ, ਮਰੀਜ਼ ਉਹਨੂੰ ਦੇਖਣ ਜਾਵੇ ਤੇ ਉੱਥੇ ਹਾਲ ਦੇ ਕੇ ਕਹਿੰਦੇ ਲੈ ਸਾਰੀ ਦੁਨੀਆ ਤੇ ਭਰਤੀ ਹੋਈ ਫਿਰਦੀ ਹੈ। ਜਿੱਥੇ ਬਹੁ ਗਿਣਤੀ ਹੋਵੇ, ਬਹੁਤ ਜ਼ਿਆਦਾ ਮਿਕਦਾਰ 'ਚ ਹੋਵੇ, ਫਿਰ ਦੇਖਣ ਵਾਲਿਆਂ ਨੂੰ ਇੰਝ ਹੀ ਲੱਗਦਾ ਹੈ ਵੀ ਸਾਰੇ ਹੀ ਆ ਗਏ ਨੇ, ਬਚਿਆ ਕੋਈ ਨਹੀਂ। ਮਹਾਰਾਜ ਇੰਝ ਲੱਗਦਾ ਹੈ ਵੀ ਜਿੰਨੇ ਵੀ ਤੁਰਕ ਜਿਉਂਦੇ ਸਨ ਉਹ ਸਾਰੇ ਹੀ ਚੜ ਕੇ ਆ ਗਏ ਹਨ। ਮਰੇ ਪਰੇ ਬਹੁ ਕੋਸ ਲਗ ਅਸ ਭਟ ਸਮੁਦਾਏ। ਮਹਾਰਾਜ ਸੱਚੇ ਪਾਤਸ਼ਾਹ ਕਈਆਂ ਕੋਹਾਂ ਤੱਕ ਉਹਨਾਂ ਦੀ ਸੈਨਾ ਦੇ ਸਿਪਾਹੀ ਮਰੇ ਪਏ ਹਨ। ਅਬ ਪ੍ਰਕਾਸ਼ ਪਾ ਦਿਖਤ ਹੈ ਏ ਤੇ ਕਿਨ ਮਾਰੇ। ਮਹਾਰਾਜ ਸੱਚੇ ਪਾਤਸ਼ਾਹ ਰਾਤੀ ਤਾਂ ਪਤਾ ਨਹੀਂ ਲੱਗਿਆ ਬਈ ਕੋਹਾਂ ਤੱਕ ਉਹਨਾਂ ਦੇ ਸੂਰਮੇ ਮਰੇ ਪਏ ਸਨ, ਬਹੁਤ ਵੱਡੀ ਗਿਣਤੀ ਵਿੱਚ। ਤੇ ਹੁਣ ਦਿਨ ਚੜ੍ਹਿਆ ਤੇ ਹੁਣ ਦਿਖਾਈ ਪੈਣ ਲੱਗ ਪਿਆ ਬਈ ਤੇ ਕਿਨ ਮਾਰੇ, ਇਹਨੇ ਸਾਰੇ ਮਾਰ ਕਿਨੇ ਦਿੱਤੇ ਹਨ। ਪਰੇ ਤੁਰੰਗ ਪਰ ਤੁਰੰਗ ਬਹੁ ਧਰ ਪਰ ਧਰ ਡਾਰੇ। ਤੁਰਕ ਵੀ ਦੇਖ ਕੇ ਹੈਰਾਨ ਨੇ ਬਈ ਘੋੜਿਆਂ ਤੇ ਘੋੜਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ, ਸੂਰਮਿਆਂ ਦੀਆਂ ਲਾਸ਼ਾਂ ਤੇ ਸੂਰਮਿਆਂ ਦੇ ਲਾਸ਼ਾਂ ਦੇ ਢੇਰ ਲੱਗੇ ਹੋਏ, ਲੋਥ ਪੋਤ ਹੋਈ ਹੋਈ ਹੈ। ਤਬਲ ਨਗਾਰੇ ਗਨ ਬਜੈ ਹੋਇਓ ਪਟ ਭੇਰਾ। ਬੜੇ ਤਬਲੇ ਨਗਾਰੇ ਵਜਾਉਂਦੇ ਆ ਰਹੇ ਨੇ, ਹੋਇਓ ਭਟ ਭੇਰਾ, ਸੂਰਮਿਆਂ ਦਾ ਭੇੜ ਹੋਇਆ ਹੈ। ਭਈ ਪ੍ਰਭਾਤ ਪ੍ਰਕਾਸ਼ ਮਹਿ ਰਿਸ ਕੀਨ ਕਨੇਰਾ। ਮਹਾਰਾਜ ਸੱਚੇ ਪਾਤਸ਼ਾਹ ਜਿਉਂ ਦਿਨ ਚੜ੍ਹਿਆ, ਲੱਲਾ ਬੇਗ ਦੀ ਸੈਨਾ ਬੜੇ ਕ੍ਰੋਧ ਵਿੱਚ ਆਈ ਕਹਿ ਤੇ ਹਮਲਾ ਕਰਕੇ ਆ ਗਏ ਹਨ। ਸੁਨ ਸਗਰੀ ਸੁਧ ਸਤਿਗੁਰੂ ਅਸ ਚੜੇ ਸੁਹੇਲੇ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਨੇ ਸੁਣ ਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਸੌਰ ਘੋੜ ਸਵਾਰ ਸੂਈਏ ਦੀ ਗੱਲ ਸੁਣ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਹਨ। ਜਿਤਨੇ ਬੈਠੇ ਹੋ ਨਾ ਇੱਕ ਦਫਾ ਨੇਤਰ ਬੰਦ ਕਰੋ ਤੇ ਮਹਾਰਾਜ ਦੀ ਮੁਸਕਰਾਹਟ ਨੂੰ ਆਪਣੇ ਮਨ ਦੇ ਨੇਤਰਾਂ ਨਾਲ ਨਿਹਾਰੋ। ਦੇਖੋ ਮਹਾਰਾਜ ਦੀ ਮੁਸਕਰਾਹਟ ਦੇ ਦਰਸ਼ਨ ਕਰੋ ਤੇ ਮੁਸਕਰਾਉਂਦਾ ਹੋਇਆ ਮਹਾਰਾਜ ਜੀ ਦਾ ਚਿਹਰਾ ਦੀਦਾਰ ਕਰਕੇ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਹ ਫਰਕ ਹੁੰਦਾ ਹੈ ਆਮ ਬਾਦਸ਼ਾਹਾਂ ਵਿੱਚ ਤੇ ਸੱਚੇ ਪਾਤਸ਼ਾਹ ਵਿੱਚ, ਇਹ ਫਰਕ ਹੈਗਾ। ਕਿਸੇ ਬਾਦਸ਼ਾਹ ਨੂੰ ਪਤਾ ਚੱਲੇ ਬਈ ਸੈਨਾ ਚੜ੍ਹ ਕੇ ਆ ਗਈ ਹੈ ਤੇ ਉਹਦਾ ਧੂੰਆਂ ਨਿਕਲ ਜਾਂਦਾ, ਉਹ ਸ਼ੋਰ ਕਰਨ ਲੱਗ ਪੈਂਦਾ, ਰੌਲਾ ਪਾ ਦਿੰਦਾ, ਘਬਰਾ ਜਾਂਦਾ। ਪਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦ ਆ ਕੇ ਖਬਰ ਦਿੱਤੀ ਕਿ ਸੱਚੇ ਪਾਤਸ਼ਾਹ, ਇੰਝ ਲੱਗਦਾ ਬਈ ਸਾਰੇ ਜੰਨੇ ਦੁਨੀਆ ਤੇ ਤੁਰਕ ਜਿਉਂਦੇ ਨੇ ਸਾਰੇ ਹੀ ਚੜ ਕੇ ਆ ਗਏ। ਤੇ ਮਹਾਰਾਜ ਮੁਸਕਰਾ ਪਏ ਸੱਚੇ ਪਾਤਸ਼ਾਹ। ਤੇ ਉਸ ਵੇਲੇ ਆਪ ਜੀ ਦੇ ਕੋਲ ਸੁਹੇਲਾ ਘੋੜਾ, ਪਹਿਲੇ ਦਾ ਨਾਮ ਜਾਨ ਭਾਈ ਤੇ ਦੂਜੇ ਦਾ ਨਾਮ ਸੁਹੇਲਾ,
ਭਾਈ ਸਾਹਿਬ ਜੀ ਲਿਖਦੇ ਨੇ, ਸੁਨ ਸਗਰੀ ਸੁਧ ਸਤਿਗੁਰੂ ਵਸ ਚੜ੍ਹੇ ਸੁਹੇਲੇ। ਫਿਰ ਮਹਾਰਾਜ ਜੀ ਨੇ ਸੁਹੇਲੇ ਘੋੜੇ ਨੂੰ ਥਾਪੜਾ ਲਾਇਆ, ਰਕਾਬ 'ਚ ਪੈਰ ਰੱਖਿਆ ਤੇ ਪਲਾਕੀ ਮਾਰ ਕੇ ਮਹਾਰਾਜ ਸੁਹੇਲੇ ਘੋੜੇ ਦੀ ਪਿੱਠ ਤੇ ਸਵਾਰ ਹੋ ਗਏ ਹਨ। ਚੋਪ ਪਰੀ ਰਣ ਜੀਤ ਪਰਪਟ ਆਯੁਧ ਲੈ ਲੈ। ਮਹਾਰਾਜ ਜੀ ਦੇ ਵੱਡੇ ਨਗਾਰੇ ਤੇ ਚੋਟ ਲਾਈ ਗਈ। ਚੋਟ ਪਰੀ ਰਣਜੀਤ ਪਰ। ਰਣਜੀਤ ਨਾਮ ਦਾ ਨਗਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੜਿਆ ਸੀ ਵੱਡਾ, ਜਿਸ ਤੇ ਜਦ ਚੋਬ ਪੈਂਦੀ ਸੀ ਨਾ ਤੇ ਕਹਿੰਦੇ ਨੇ ਪਹਾੜੀਆਂ ਥਰ-ਥਰਾ ਜਾਂਦੀਆਂ ਸਨ। ਪਹਾੜੀ ਰਾਜਿਆਂ ਦਾ ਕਲੇਜਾ ਮੂੰਹ ਨੂੰ ਆ ਜਾਂਦਾ ਸੀ, ਬਈ ਇਹ ਕੀ ਬਣਦਾ ਪਿਆ, ਸਾਡੇ ਰਾਜ ਨਾ ਖੁੱਸ ਜਾਵਣ। ਭਾਵ ਨਗਾਰਾ ਵੱਜਿਆ ਜਿਹੜਾ ਰਣ ਵਿੱਚ ਜਿੱਤ ਪ੍ਰਾਪਤੀ ਵੇਲੇ ਵੱਜਦਾ ਹੈ, ਰਣਜੀਤ ਨਗਾਰਾ। ਜਿਹੜੀਆਂ ਧੁਨਾਂ, ਜਿਹੜੇ ਬੋਲ, ਜਿਹੜੀਆਂ ਚੋਬਾਂ ਜਿੱਤ ਵੇਲੇ ਵਜਾਈਆਂ ਜਾਂਦੀਆਂ, ਜਦ ਜਿੱਤ ਹੋ ਜਾਂਦੀ ਹੈ, ਜੋ ਨਗਾਰੇ ਦੇ ਬੋਲ ਉਦੋਂ ਵੱਜਦੇ ਨੇ, ਉਹ ਲੱਗੀਆਂ ਉਹ ਬੋਲ ਪਹਿਲਾਂ ਹੀ ਵਜਾ ਦਿੱਤੇ ਗਏ। ਇੱਕ ਵਾਰੀ ਫਿਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਸ ਤਰ੍ਹਾਂ ਦਾ ਨਗਾਰਾ, ਇਸ ਤਰ੍ਹਾਂ ਦੀ ਨਗਾਰੇ ਦੀ ਆਵਾਜ਼ ਮੈਦਾਨੇ ਜੰਗ ਤੇ ਜਿੱਤ ਕਰਨ ਤੋਂ ਪ੍ਰਾਪਤ ਬਾਅਦ ਵਜਾਈ ਜਾਂਦੀ ਹੈ, ਪਰ ਮਹਾਰਾਜ ਜੀ ਦੇ ਸੂਰਮਿਆਂ ਨੇ ਪਹਿਲੇ ਵਜਾ ਦਿੱਤਾ। ਪਤਾ ਕਿਉਂ? ਉਹਨਾਂ ਨੂੰ ਪਤਾ ਸੀ ਬਈ ਹੁਣ ਜਿੱਤ ਸਾਡੇ ਚਰਨਾਂ ਵਿੱਚ ਆ ਗਈ ਹੈ। ਕਿਉਂ ਆ ਗਈ ਹੈ? ਕਿਉਂਕਿ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੰਗ ਲਈ ਘੋੜੇ ਤੇ ਸਵਾਰ ਹੋ ਗਏ, ਇਸ ਲਈ ਉਹਨਾਂ ਨੇ ਨਗਾਰਾ ਵਜਾ ਦਿੱਤਾ। ਚੋਟ ਪਰੀ, ਕਿੰਨਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ, ਚੋਬ ਪਰੀ ਰਣਜੀਤ ਪਰ ਪਟ ਆਯੁਧ ਲੈ ਲੈ। ਤੇ ਸੂਰਮੇ ਆਪਣੇ ਭਾਰੇ ਤਿੱਖੇ ਤੇ ਨਾ ਮੁੜਨ ਵਾਲੇ, ਨਾ ਝੁਕਣ ਵਾਲੇ ਤੇ ਨਾ ਰੁਕਣ ਵਾਲੇ ਸ਼ਸਤਰ ਲੈ ਲੈ ਕੇ। ਛੇਰ ਤੂਫਾਨ ਛੇਰ ਤੁਰੰਗਮ ਕੋ ਚਲੇ ਨਹ ਬਿਲਮ ਲਗਾਈ। ਉਹ ਵੀ ਆਪਣੇ ਸ਼ਸਤਰ ਲੈ ਕੇ ਘੋੜਿਆਂ ਨੂੰ ਛੇੜ ਕੇ ਅੱਡੀ ਲਾ ਕੇ ਜਦ ਨਗਾਰਾ ਵੱਜਿਆ ਤੇ ਮਹਾਰਾਜ ਵੱਲ ਨੂੰ ਆ ਗਏ ਹਨ, ਤੇ ਉਹਨਾਂ ਨੇ ਕੋਈ ਵਿਲੰਬ ਨਹੀਂ ਕੀਤਾ। ਆਏ ਥਿਰੇ ਟਿਕ ਜੋਧ ਕੇ ਜਹ ਮਚਤ ਲੜਾਈ। ਉੱਥੇ ਆ ਪਹੁੰਚੇ ਹਨ ਜਿੱਥੇ ਭਾਈ ਜੋਧ ਰਾਏ ਨੇ ਜੰਗ ਮਚਾਇਆ ਹੋਇਆ। ਥਿਰੇ ਟਿਕ ਜੋਧ ਕੇ ਆਏ, ਥਿਰੇ ਕੋਲ ਆ ਕੇ ਖਲੋ ਗਏ ਹਨ ਭਾਈ ਜੋਧ ਰਾਏ ਜੀ ਦੇ ਕੋਲ। ਜੈ ਮਚਤ ਲੜਾਈ, ਜਿੱਥੇ ਜੰਗ ਮਚਿਆ ਹੋਇਆ ਹੈ। ਦੂਤ ਹਸਨ ਖਾ ਸਤਿਗੁਰੂ ਨਿਜ ਨਿਕਟ ਬੁਲਾਇਓ। ਮਹਾਰਾਜ ਜੀ ਦਾ ਇੱਕ ਦੂਤ ਹੈਗਾ, ਹਸਨ ਖਾਂ ਉਹਦਾ ਨਾਮ ਹੈ। ਉਹਨੂੰ ਮਹਾਰਾਜ ਨੇ ਕੋਲ ਇਸ਼ਾਰਤ ਕਰਕੇ ਬੁਲਾਇਆ ਇਸ ਤਰ੍ਹਾਂ। ਲਲਾ ਬੇਗ ਕੋ ਕਹਾਂ ਹੈ ਜੋ ਚੜ ਕਰ ਆਇਓ। ਮਹਾਰਾਜ ਕਹਿਣ ਲੱਗੇ, ਹਸਨ ਖਾਨ ਤੂੰ ਇਹਨਾਂ ਸਾਰਿਆਂ ਨੂੰ ਪਛਾਣਦਾ ਹੈ, ਦੱਸ ਉਹ ਲੱਲਾ ਬੇਗ ਕਿੱਥੇ ਹੈ ਜਿਹੜਾ ਚੜ ਕੇ ਆਇਆ, ਜਿਹੜਾ ਵੱਡਾ ਸਿਪਾਹ ਸਾਲਾਰ, ਕਮਾਂਡਰ ਇਨ ਚੀਫ, ਸੈਨਾ ਲੈ ਕੇ ਚੜ੍ਹਾਈ ਕਰਕੇ ਆਇਆ, ਉਹ ਕਿੱਥੇ ਹੈ? ਸੁਨਤ ਨਿਹਾਰੇ ਸਕਲ ਤਿਨ ਜੇ ਚਿੰਨ ਮਹਾਨੇ। ਇਸ ਤਰ੍ਹਾਂ ਦੇ ਨਾਲ ਉਸਨੇ ਸੁਣ ਕੇ ਸੁਨਤ ਨਿਹਾਰੇ ਸਕਲ ਤਿਨ, ਉਹਨੇ ਉੱਚੀ ਜਗ੍ਹਾ ਖੜੇ ਹੋ ਕੇ ਸਭ ਜਗ੍ਹਾ ਦੇਖਿਆ ਤੇ ਜਿਹੜੇ ਖਾਸ ਖਾਸ ਨਿਸ਼ਾਨੀਆਂ ਸਨ ਉਹ ਦੇਖੀਆਂ ਹਨ। ਬਰਨ ਬਰਨ ਕੀ ਬੈਰ ਖਾਨ ਨਿਜ ਨਿਜ ਅਗਵਾਨੇ। ਉਹਨਾਂ ਦੇ ਨਾਲ ਰੰਗ ਬਰੰਗੀਆਂ ਝੰਡੀਆਂ ਵੀ ਉਹਨਾਂ ਦੇ ਸੈਨਿਕਾਂ ਦੀਆਂ ਟੁਕੜੀਆਂ ਦੀ ਪਛਾਣ ਲਈ ਚੱਲ ਰਹੀਆਂ ਹਨ। ਕਹਿਣ ਲੱਗਿਓ ਸੁਣਿਆ ਪ੍ਰਭੂ ਉਪਰ ਪੁਸਤੀ ਨਾ। ਸੱਚੇ ਪਾਤਸ਼ਾਹ ਉਹ ਜਿਹੜਾ ਜਿਹਨੇ ਚਮੜੇ ਦਾ ਕੋਟ ਪਾਇਆ ਹੋਇਆ ਨਾ ਉੱਪਰ, ਇਸ ਤਰ੍ਹਾਂ ਕਹਿਣ ਲੱਗਾ ਮਹਾਰਾਜ ਜੀ ਨੂੰ, ਸਿਰ ਪਰ ਕੰਚਨ ਖੋਦ ਜਿਹੇ ਦਮ ਕਹਿ ਦੁੱਤ ਭੀਨਾ। ਤੇ ਜਿਹਦੇ ਸਿਰ ਤੇ ਵੱਡਾ ਸਾਰਾ ਸੋਨੇ ਦਾ ਮੁਕਟ ਵਾਂਗੂ ਹੈ,
बड़ा चमक रहा है। हाँ जी। जरी बस्तर की कुछ बड़ी जे दपत पताका। ਤੇ ਉਹਦੇ ਸਾਹਮਣੇ ਜਰੀ ਬਸਤਰ ਕਢਾਈ ਵਾਲੇ ਗੋਟੇ ਆਦਿਕ ਲੱਗਿਆ ਹੋਇਆ ਝੰਡਾ ਵੱਡਾ ਹੈ ਬਾਕੀਆਂ ਨਾਲੋਂ। ਸੁਰਖਾਂ ਬਲੀ ਬਿਲੰਦ ਹੈ ਬੜ ਬੇਗ ਜੋ ਜਾਂਕਾ। ਭਾਈ ਸਾਹਿਬ ਲਿਖਦੇ ਨੇ ਵੀ ਸੁਰਖ ਰੰਗ ਦਾ ਉਹਦਾ ਘੋੜਾ ਸੀ ਬੜਾ ਬਲੀ। ਉਹ ਦੱਸਦਾ ਪਿਆ ਹਸਨ ਖਾਨ ਮਹਾਰਾਜ ਜੀ ਨੂੰ। ਬਾਤ ਕਰਤ ਬੂਝਤ ਤੁਮਹਿ ਕਰ ਹਾਥ ਉਚੇਰਾ। ਮਹਾਰਾਜ ਸੱਚੇ ਪਾਤਸ਼ਾਹ ਬਾਰੇ ਉਹ ਪੁੱਛਦਾ ਪਿਆ ਲੋਕਾਂ ਨੂੰ, ਨਾਲ ਦਿਆਂ ਨੂੰ, ਵੀ ਦੱਸੋ ਗੁਰੂ ਹਰਗੋਬਿੰਦ ਜੀ ਕਿੱਥੇ ਹੈਗੇ ਨੇ। ਉਹ ਬਾਹਾਂ ਉਲਾਰ ਉਲਾਰ ਕੇ ਪੁੱਛ ਰਿਹਾ ਵੀ ਮੈਨੂੰ ਪਤਾ ਚੱਲੇ ਤੇ ਮੈਂ ਜਾ ਕੇ ਮਾਰ ਲਵਾਂ। ਲਲਾ ਬੇਗ ਸੋ ਜਾਨੀਐ ਔਰ ਗਰਭ ਕਨੇਰਾ। ਸੱਚੇ ਪਾਤਸ਼ਾਹ ਉਹ ਜਿਹਦੇ ਸਿਰ ਤੇ ਸੋਨੇ ਦਾ ਤਾਜ ਹੈ, ਵੱਡਾ ਜ਼ਰੀਦਾਰ ਝੰਡਾ ਸਾਹਮਣੇ ਹੈ, ਤੇ ਜਿਹੜਾ ਬਾਹਾਂ ਉੱਚੀਆਂ ਕਰ ਕਰਕੇ ਲੋਕ ਬਾਕੀ ਸੈਨਿਕਾਂ ਨੂੰ ਪ੍ਰੇਰ ਰਿਹਾ, ਤੁਹਾਡਾ ਨਾਮ ਪੁੱਛ ਰਿਹਾ। ਮਹਾਰਾਜ ਉਹ ਲੱਲਾ ਬੇਗ ਹੈ ਜਿਹੜਾ ਸਾਹਮਣੇ ਨਾਰੇ ਲਾਉਂਦਾ ਆ ਰਿਹਾ ਹੈ। ਵਾਮ ਦਿਸ਼ਾ ਤਿਸ ਤੇ ਖਰੋ ਸੁਕੰਬਰ ਬੇਗਾ। ਮਹਾਰਾਜ ਸੱਚੇ ਪਾਤਸ਼ਾਹ ਉਹ ਲੱਲਾ ਬੇਗ ਬੜਾ ਹੰਕਾਰ ਵਿੱਚ ਹੈਗਾ ਹੈ। ਉਹਦੇ ਖੱਬੇ ਪਾਸੇ ਉਹਦਾ ਭਰਾ ਕਮਰ ਬੇਗ ਖੜਾ ਹੈ। ਤੁਰਕੀ ਤੁਰੰਗ ਕੁਮੈਤ ਹੈ ਬਹੁ ਚਲ ਹੈ ਸੋ ਬੇਗਾ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕੋਲ ਤੁਰਕੀ ਘੋੜਾ ਕੁਮੈਤ ਰੰਗ ਦਾ ਜਿਹੜਾ ਬੜਾ ਤੇਜ਼ ਚੱਲਦਾ, ਉਹ ਕਮਰ ਬੇਗ ਕੋਲ ਹੈ। ਭਰਾਤਾ ਇਸ ਕੋ ਅਲਪ ਹੈ ਬੜ ਵੀਰ ਕਹਾਵੈ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕਮਰ ਬੇਗ ਹੈ ਇਹ ਲੱਲਾ ਬੇਗ ਦਾ ਛੋਟਾ ਭਰਾ ਹੈ ਤੇ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਅਖਵਾਉਂਦਾ ਹੈ। ਦਾਨਸਵੰਤ ਵਿਸਾਲ ਹੀ ਬਹੁ ਦਾਬ ਬਤਾਵੈ। ਨਾਲੇ ਯੁੱਧ ਕਲਾ ਕੌਸ਼ਲ ਦਾ ਇਹ ਬੜਾ ਗਿਆਤਾ ਹੈ, ਬੜਾ ਸਕੀਮੀ ਹੈ ਇਹ ਬੰਦਾ ਯੁੱਧ ਲੜਨ ਦਾ। ਕਈ ਯੁੱਧ ਇਹਨੇ ਲੜੇ ਹੋਏ ਨੇ, ਕਈ ਜਿੱਤੇ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਇਹ ਬੜਾ ਦਾਨਿਸ਼ਮੰਦ ਦਾਨਿਸ਼ਵਰ ਹੈ ਯੁੱਧ ਕਲਾ ਦਾ। ਵਿਖੋ ਦਾਹਨੀ ਦਿਸ਼ਾ ਮਹਿ ਸਭ ਜਾ ਬੜ ਘੋਰਾ। ਇਸੇ ਤਰ੍ਹਾਂ ਮਹਾਰਾਜ ਜਿਹੜਾ ਹਰੇ ਹਰੇ ਰੰਗ ਦੀ ਚਮਕ ਦੇ ਰਿਹਾ ਘੋੜਾ, ਸੱਜੇ ਪਾਸੇ ਹੈ ਜਿਹੜਾ ਨਾਮ ਕਾਬਲੀ ਬੇਗ ਇਸ ਰਾਖਹਿ ਬੜ ਜੋਰਾ। ਉਸ ਵੱਡੇ ਬਲਵਾਨ ਤੇਜ ਤਰਾਰ ਘੋੜੇ ਤੇ ਕਾਬਲੀ ਬੇਗ ਬੈਠਾ ਹੋਇਆ ਹੈ। ਆਯੁਧ ਵਿਦਿਆ ਬਹੁਤ ਹੀ ਚਿਰਕਾਲ ਕਮਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਦਾ ਬੜਾ ਅਭਿਆਸ ਕੀਤਾ ਹੋਇਆ। ਹਸਨ ਖਾਨ ਸੂਈਆ ਮਹਾਰਾਜ ਜੀ ਨੂੰ ਦੱਸ ਰਿਹਾ ਹੈ, ਸੱਚੇ ਪਾਤਸ਼ਾਹ ਇਸ ਬੰਦੇ ਨੇ ਕਾਬਲ ਬੇਗ ਨੇ ਬੜਾ ਅਭਿਆਸ ਕੀਤਾ ਹੋਇਆ ਯੁੱਧ ਦਾ, ਬਹੁਤ ਜ਼ਿਆਦਾ ਸ਼ਸਤਰ ਚਲਾਉਣ ਦਾ ਇਹਨੂੰ ਅਭਿਆਸ ਹੈ। ਇਹਦਾ ਸਰੀਰ ਵੀ ਬੱਜਰ ਵਰਗਾ ਹੈ। ਕਰਤ ਪਟੇ ਬਾਜੀ ਅਧਿਕ ਗਨ ਪਿਖੀ ਲੜਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਹੀ ਲੜਾਈਆਂ ਵਿੱਚ ਹਿੱਸਾ ਲਿਆ ਹੋਇਆ, ਕਈ ਜੰਗ ਜਿੱਤੇ ਹੋਏ ਨੇ ਤੇ ਬੜਾ ਤਕੜਾ ਗਤਕਈ ਹੈ, ਬਹੁਤ ਵਧੀਆ ਤਲਵਾਰ ਚਲਾਉਣ ਦਾ ਮਾਹਿਰ ਹੈ। ਲਲਾ ਬੇਗ ਮਾਤੁਲ ਲਗਹਿ ਨਿਤ ਰਹਿ ਇਸ ਤੀਰਾ। ਮਹਾਰਾਜ ਸੱਚੇ ਪਾਤਸ਼ਾਹ ਲੱਲਾ ਬੇਗ ਇਹਦਾ ਮਾਮਾ ਲੱਗਦਾ, ਭਾਵੇਂ ਲੱਲਾ ਬੇਗ ਦਾ ਭਣੇਵਾ ਹੈ ਜਿਹਦਾ ਨਾਮ ਕਾਬਲੀਆ ਕਾਬਲੀ ਬੇਗ ਹੈ। ਮਲਤ ਰਜਤ ਪੜੋ ਹਾਥ ਮੈਂ ਬਲ ਅਧਿਕ ਸਰੀਰਾ। ਮਹਾਰਾਜ ਸੱਚੇ ਪਾਤਸ਼ਾਹ ਇਹਦਾ ਸਰੀਰ ਇਤਨਾ ਬਲਸ਼ਾਲੀ ਹੈ ਕਿ ਜੇ ਆਪਣੀ ਚੁਟਕੀ ਵਿੱਚ ਚਾਂਦੀ ਦਾ ਰੁਪਈਆ ਪਕੜ ਲਵੇ ਨਾ ਤੇ ਉਹਨੂੰ ਮਲ ਕੇ ਪਾਊਡਰ ਬਣਾ ਦਿੰਦਾ। ਇੰਨਾ ਇਹਦੇ ਸਰੀਰ ਵਿੱਚ ਬਲ ਹੈਗਾ ਹੈ ਜਿਹਦਾ ਨਾਮ ਕਾਬਲ ਬੇਗ ਹੈ। ਇਹੋ ਸਨਮੁਖ ਜਬ ਲਰੈ ਗੋ ਮਾਰ ਸਮੁਦਾਈ। ਮਹਾਰਾਜ ਸੱਚੇ ਪਾਤਸ਼ਾਹ ਇੱਕ ਬੇਨਤੀ ਆਪ ਜੀ ਨੂੰ, ਬਈ ਜੇ ਇਹ ਜੰਗ ਵਿੱਚ ਆ ਗਿਆ ਨਾ ਫਿਰ ਇਹਨੂੰ ਮਾਰਨਾ ਬੜਾ ਔਖਾ ਹੋਵੇਗਾ। ਇਹ ਤਾਂ ਮਹਾਰਾਜ ਰਾਵਣ ਨਾਲੋਂ ਵੀ ਵੱਡਾ ਰਾਵਣ ਹੈ, ਇਹ ਬਹੁਤ ਨੁਕਸਾਨ ਕਰ ਸਕਦਾ ਹੈ, ਬੜਾ ਵੱਡਾ ਤੀਰ ਅੰਦਾਜ਼ ਹੈ, ਬੜਾ ਵੱਡਾ ਤਲਵਾਰਬਾਜ਼ੀ ਦਾ ਗਿਆਤਾ ਹੈ।
ਤੇ ਤੋਮਰ ਸਾਂਗ ਚਲਾਉਣੀ ਵੀ ਬੜੀ ਕਲਾਕਾਰੀ ਹੈ ਇਸ ਕੋਲ, ਜੰਗ ਕਲਾ ਦੀ। ਹਤ ਹੋ ਆਪ ਇਸ ਪ੍ਰਥਮ ਹੀ ਨਹਿ ਸੁਪਟ ਮਹਾਰਾਜ ਖਪਾਈ। ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਬਈ ਸਭ ਤੋਂ ਪਹਿਲਾਂ ਇਹਨੂੰ ਮਾਰੋ, ਇਹਨੂੰ ਤੀਰ ਨਾਲ ਇੱਕ ਖੱਪਰਾ ਚਲਾਓ। ਮਹਾਰਾਜ ਹੋਰ ਕਿਸੇ ਦੇ ਤੀਰ ਨਾਲ ਇਹਨੇ ਮਰਨਾ ਵੀ ਨਹੀਂ, ਇਹਨੂੰ ਫਰਕ ਨਹੀਂ ਪੈਣਾ। ਜੇ ਆਪ ਜੀ ਦਾ ਖੱਪਰਾ ਚੱਲੇ, ਇਹਦੀ ਸਾਹ ਰਗ ਵਿੱਚ ਲੱਗੇ, ਤੇ ਜੇ ਸਾਰੀ ਝੋਟੇ ਵਰਗੀ ਇਹਦੀ ਧੌਣ ਨਾ ਵੀ ਵੱਢੀ ਜਾਏ ਤੇ ਮਹਾਰਾਜ ਸਾਹ ਰਗ ਤਾਂ ਵੱਢੀ ਜਾਏਗੀ। ਪਹਿਲੇ ਇਹਨੂੰ ਖਤਮ ਕਰੋ। ਜੇ ਇਹ ਬਚਿਆ ਰਿਹਾ, ਜੰਗ 'ਚ ਆ ਗਿਆ, ਤੇ ਸਾਡੇ ਬਹੁਤ ਸਾਰੇ ਸੂਰਮਿਆਂ ਤੇ ਇਹ ਭਾਰੀ ਹੋ ਜਾਵੇਗਾ। ਦੋਨੋਂ ਇਸਕੇ ਸੁਤ ਖਰੇ ਇੱਕ ਕਾਸਮ ਬੇਗ। ਮਹਾਰਾਜ ਨਾਲ ਇਹਦੇ ਦੋ ਪੁੱਤਰ ਖੜੇ ਹਨ, ਇੱਕ ਦਾ ਨਾਮ ਕਾਸਮ ਬੇਗ ਹੈ। ਸਮਸ ਬੇਗ ਸੁਤ ਦੂਸਰੋ ਜਿਸਕੇ ਕਰਤੇ ਤੇ ਉਹ ਜਿਹਦੇ ਹੱਥ ਵਿੱਚ ਵੱਡਾ ਤੇਗਾ ਫੜਿਆ ਹੋਇਆ ਨਾ, ਖੜਗ, ਮਹਾਰਾਜ ਉਹਦਾ ਨਾਮ ਸਮਸ ਬੇਗ ਹੈ। ਇਹ ਦੋਵੇਂ ਪੁੱਤਰ ਹਨ ਲੱਲਾ ਬੇਗ ਦੇ। ਪ੍ਰਥਮ ਗੋਲ ਕੋ ਬਾਂਧ ਕੈ ਇਹ ਚਹਤ ਲੜਾਈ। ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਇਹ ਘੇਰਾ ਪਾ ਕੇ ਵੱਖ-ਵੱਖ ਟੋਲੀਆਂ ਮਿੱਥ ਕੇ ਵੱਖ-ਵੱਖ ਥਾਵਾਂ ਤੇ ਭੇਜ ਕੇ ਇਹ ਜੰਗ ਕਰਨਾ ਚਾਹੁੰਦੇ ਹਨ। ਇਹਨਾਂ ਦੀ ਪਲੈਨਿੰਗ ਇਸ ਤਰ੍ਹਾਂ ਦੀ ਹੈ। ਪਰੇ ਆਨ ਮੁਖ ਕਾਲ ਕੇ ਕਿਉਂ ਹੂੰ ਨਾ ਬਚਾਈ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਆਪ ਕਿਰਪਾ ਕਰੋ ਬਈ ਇਹਨਾਂ ਦੇ ਘੇਰੇ, ਇਹਨਾਂ ਦੇ ਟੋਲੇ ਕਾਲ ਦੇ ਮੂੰਹ ਵਿੱਚ ਪੈ ਜਾਣ। ਇਹ ਆ ਕੇ ਕਾਲ ਦੇ ਮੂੰਹ ਵਿੱਚ ਪੈਣ ਲਈ ਆ ਰਹੇ ਹਨ, ਇਹਨਾਂ ਨੂੰ ਹੁਣ ਕੋਈ ਬਚਾ ਨਹੀਂ ਸਕਦਾ। ਸੁਨੋ ਗੁਰੂ ਜੀ ਦੂਰ ਲਗਨ ਹੈ ਦ੍ਰਿਸ਼ਟੀ ਆਵੈ। ਮਹਾਰਾਜ ਸੱਚੇ ਪਾਤਸ਼ਾਹ ਇਸ ਤੋਂ ਅੱਗੇ ਤੱਕ ਮੇਰੀ ਨਜ਼ਰ ਨਹੀਂ ਜਾ ਰਹੀ। ਧਰ ਪਰ ਤਰ ਮਰ ਕਰ ਪਰੇ ਤਿਨ ਕੋਨ ਗਿਨਾਵੈ। ਬਾਕੀ ਸੱਚੇ ਪਾਤਸ਼ਾਹ ਜਿੱਥੋਂ ਤੱਕ ਮੇਰੀ ਦ੍ਰਿਸ਼ਟੀ ਜਾ ਰਹੀ ਹੈ, ਮੈਂ ਆਪ ਜੀ ਨੂੰ ਦੱਸਿਆ ਹੈ, ਧੜਾਂ ਤੇ ਧੜ, ਲਾਸ਼ਾਂ ਤੇ ਲਾਸ਼ਾਂ ਦੁਸ਼ਮਣਾਂ ਦੀਆਂ ਪਈਆਂ ਹੋਈਆਂ ਨੇ। ਇਹ ਕਿਤਨੇ ਆ ਰਹੇ ਨੇ ਤੇ ਕਿਤਨੇ ਮਰ ਗਏ ਨੇ, ਮਹਾਰਾਜ ਮੈਨੂੰ ਗਿਣਤੀ ਦਾ ਪੂਰਾ ਨਹੀਂ ਪਤਾ। ਉਹ ਭਾਈ ਸਾਹਿਬ ਜੀ ਨੇ ਪਹਿਲੇ ਦੱਸਤਾ ਵੀ 25,000 ਮਾਰੇ ਗਏ, 10,000 ਕੁੱਲ, ਬਾਕੀ ਬਚੇ ਸਨ, ਉਹ ਵੀ ਚੜ ਕੇ ਆ ਗਏ ਹਨ। ਚੌਥੋ ਭਾਗ ਨਾ ਚਮੂ ਅਬ ਸਭ ਸੁਗਮ ਸੰਘਾਰੋ। ਮਹਾਰਾਜ ਚੱਥੇ ਸੱਚੇ ਪਾਤਸ਼ਾਹ ਜੀ ਚੌਥਾ ਹਿੱਸਾ ਫੌਜ ਰਹਿ ਗਈ, 3 ਹਿੱਸੇ ਮਾਰੀ ਗਈ ਹੈ। ਤੇ ਆਪ ਕਿਰਪਾ ਕਰੋ, ਹੁਣ ਲੜਨਾ ਇਹਨਾਂ ਨਾਲ ਬਹੁਤਾ ਔਖਾ ਨਹੀਂ ਹੈ, ਇਹਨਾਂ ਨੂੰ ਸੌਖੇ ਹੀ ਆਪ ਜੀ ਸੰਘਾਰ ਦੇਵੋ। ਤੁਮ ਆਗੇ ਕੋ ਅਰੇ ਨਹ ਮੈਂ ਭਲੇ ਵਿਚਾਰੋ। ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹੀ ਚੰਗੀ ਤਰ੍ਹਾਂ ਵਿਚਾਰ ਲਿਆ ਹੈ ਤੇ ਇਹੀ ਭਲੀ ਗੱਲ ਹੈ, ਤੁਹਾਡੇ ਸਾਹਮਣੇ ਕੋਈ ਅੜ ਨਹੀਂ ਸਕਦਾ। ਜੋ ਅੜੇਗਾ ਸੋ ਝੜੇਗਾ, ਸ਼ਰਨ ਪੜੇ ਸੋ ਤਰੇਗਾ। ਹਸਨ ਖਾਂ ਮਹਾਰਾਜ ਜੀ ਨੂੰ ਕਹਿ ਰਿਹਾ ਹੈ, ਦਮਨੇ ਤੁਲ ਦਲ ਸਲਬ ਕੋ ਕਰ ਮਾਰੋ ਮਾਰੋ। ਮਹਾਰਾਜ ਸੱਚੇ ਪਾਤਸ਼ਾਹ ਇਹ ਗਮਨੇ ਤੁਲ ਦਲ ਸਲਬ ਕੋ ਕਰ ਮਾਰੋ ਮਾਰੋ, ਇਹ ਮਾਰੋ ਮਾਰ ਕਰਦੇ ਹੋਏ, ਨਾਰੇ ਲਾਉਂਦੇ ਹੋਏ, ਆਪਣੀ ਹੋਂਦ ਹਸਤੀ ਪ੍ਰਗਟ ਕਰਦੇ ਹੋਏ, ਟਿੱਡੀ ਦਲ ਸਮਾਨ ਮਾਰੋ ਮਾਰੋ ਕਰਦਾ ਹੋਇਆ ਦਲ ਇਹਨਾਂ ਦਾ ਟੁਰਿਆ ਆ ਰਿਹਾ ਹੈ। ਜਿਵੇਂ ਮੱਕੜੀ ਹੁੰਦੀ ਹੈ ਨਾ, ਟਿੱਡੀ ਦਲ ਜਿਵੇਂ ਆ ਜਾਂਦਾ ਹੈ। ਹਾਂਜੀ, ਅਬ ਏਉ ਖਰੇ ਉਦਾਸ ਹੈ ਤੁਮ ਬਿਲਮ ਵਿਸਾਰੋ। ਮਹਾਰਾਜ ਸੱਚੇ ਪਾਤਸ਼ਾਹ ਇਹ ਬੜੇ ਉਦਾਸ ਹੋਏ ਹੋਏ, ਅੰਦਰੋਂ ਤਾਂ ਇਹਨਾਂ ਹਾਰ ਮੰਨ ਲਈ ਹੋਈ ਹੈ। ਆਪ ਹੁਣ ਦੇਰ ਨਾ ਕਰੋ, ਝਟਪਟ ਪਹਿਲਾਂ ਇਹਨੂੰ ਮਾਰ ਲਵੋ, ਖਤਮ ਕਰ ਲਵੋ ਕਾਬਲੀ ਬੇਗ ਨੂੰ। ਸ੍ਰੀ ਸਤਿਗੁਰ ਬਿਕਤੇ ਸੁਨਤ ਕਰ ਧਨੁਕ ਸੰਭਾਰਾ। ਇੱਕ ਵਾਰੀ ਫਿਰ ਮਹਾਰਾਜ ਜੀ ਦੀ ਮੁਸਕਰਾਹਟ ਦਾ ਆਪਣੇ ਮਨ ਦੇ ਨੇਤਰਾਂ ਨਾਲ ਦਰਸ਼ਨ ਕਰੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮੈਂ ਸਾਧ ਸੰਗਤ ਸੁਣ ਤਾਂ ਠੀਕ ਲੈਂਦਾ ਹਾਂ, ਪਰ ਤੁਸੀਂ ਗੱਜ ਕੇ ਆਖਿਆ ਨਹੀਂ। ਇੱਕ ਵਾਰੀ ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਗੱਲਬਾਤ ਸੁਣ ਕੇ। ਸਤਿਗੁਰ ਬਿਕਸੇ ਸੁਨਤ ਕਰ, ਪਹਿਲਾਂ ਸੁਣ ਕੇ ਪ੍ਰਸੰਨ ਹੋਏ, ਮੁਸਕਰਾਏ, ਤੇ ਫਿਰ ਕਰ ਧਨਖ ਸੰਭਾਰਾ। 9 ਟੰਕੀ ਆਪਣਾ ਧਨਖ ਮਹਾਰਾਜ ਜੀ ਨੇ 9 ਟੰਕ ਜਿਸ ਦਾ ਪ੍ਰੈਸ਼ਰ ਹੈ, ਵਜ਼ਨ ਹੈ, ਉਹ ਮਹਾਰਾਜ ਜੀ ਨੇ ਚੁੱਕ ਲਿਆ। ਤੀਰਨ ਕਿਆਸਿਓ ਖਰ ਬੜੋ ਤਬ ਕਹਿ ਤਬ ਮਾਰਾ। ਔਰ ਇਸ ਤਰ੍ਹਾਂ ਦੇ ਨਾਲ ਤੀਰ ਨਿਕਾਸਿਓ ਖਰ ਵੱਡੋ, ਵੱਡਾ ਖੱਪਰਾ ਤੀਰ ਜਿਹੜਾ ਇੰਨਾ 2 ਹੱਥਾਂ ਦੀਆਂ 4 ਉਂਗਲਾਂ ਦੇ ਬਰਾਬਰ ਚੌੜੀ ਜਿਹਦੀ ਮੁੱਖੀ ਹੈਗੀ, ਉਹ ਆਮ ਸੂਰਮੇ ਨਹੀਂ ਚਲਾ ਸਕਦੇ, ਭਾਰਾ ਹੁੰਦਾ ਹੈ, ਲੋਹੇ ਦਾ ਬਣਿਆ ਹੁੰਦਾ ਸਾਰਾ। ਉਹ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਲਾ ਸਕਦੇ ਹਨ। ਤੀਰ ਨਿਕਾਸਿਓ ਖਰ ਵੱਡੋ ਤੱਕ ਕਹਿ ਤਬ ਮਾਰ। ਮਹਾਰਾਜ ਜੀ ਨੇ ਪਹਿਲਾ ਤੀਰ ਇਸ ਗੁਰੂਸਰ ਦੇ ਜੰਗ ਵਿੱਚ ਆ ਕੇ ਪਹਿਲਾ ਵੱਡਾ ਖਪਰਾ ਤੀਰ ਲਲਾ ਬੇਗ ਨੂੰ ਤੱਕ ਕੇ ਨਿਸ਼ਾਨਾ ਲਾ ਕੇ ਮਹਾਰਾਜ ਨੇ ਚਲਾਇਆ ਹੈ। ਤੇ ਸਤਿਗੁਰੂ ਜੀ ਦੇ ਪਹਿਲਾ ਤੀਰ ਚਲਾਉਣ ਦੀ ਖੁਸ਼ੀ ਵਿੱਚ ਇੱਕ ਵੱਡਾ ਜੈਕਾਰਾ ਤਾਂ ਬਣਦਾ ਹੀ ਹੈ। ਇੱਕ ਵਾਰੀ ਫੇਰ ਸਾਰੇ ਗੱਜ ਕੇ ਜੈਕਾਰਾ ਬੁਲਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿੱਚ ਕੇ ਨਿਸ਼ਾਨਾ ਲਗਾ ਕੇ ਤੇ ਪਹਿਲਾ ਤੀਰ ਚਲਾ ਦਿੱਤਾ ਹੈ। ਲਲਾ ਬੇਗ ਕੇ ਸੀਸ ਪਰ ਜੋ ਕੰਚਨ ਕੇਰਾ। ਉਹ ਮਹਾਰਾਜ ਜੀ ਨੇ ਲਲਾ ਬੇਗ ਦੀ ਗਰਦਨ ਤੇ ਨਿਸ਼ਾਨਾ ਨਹੀਂ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਜਿਹੜਾ ਸਿਰ ਤੇ ਮੁਕਟ ਪਾਇਆ ਹੋਇਆ ਸੀ ਨਾ, ਸੋਨੇ ਦਾ ਮੁਕਟ, ਜਿਸ ਤੋਂ ਲੱਗਦਾ ਸੀ ਬੜਾ ਵੱਡਾ ਕੋਈ ਬਾਦਸ਼ਾਹ ਆਇਆ ਹੋਇਆ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੇਰੀਆਂ ਪੀਰੀਆਂ ਦੇ ਦਾਤੇ, ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਲਾ ਬੇਗ ਦੇ ਮੁਕਟ ਤੇ ਜੋ ਸੋਨੇ ਦਾ ਹੈ ਉਸ ਤੇ ਤੀਰ ਚਲਾਇਆ ਹੈ। ਤੱਕ ਮਾਰਿਓ ਤਿਸ ਕੋ ਤਬੈ ਅਵਨੀ ਪਰ ਗੇਰਾ। ਮਹਾਰਾਜ ਜੀ ਨੇ ਜੈਸੇ ਉਹਦੇ ਮੁਕਟ ਤੇ ਨਿਸ਼ਾਨਾ ਲਗਾਇਆ, ਉਹਦਾ ਮੁਕਟ ਚੰਗੀ ਤਰ੍ਹਾਂ ਥੱਲਿਓਂ ਡੋਰੀ ਵਗੈਰਾ ਪਾ ਕੇ ਬੰਨਿਆ ਹੋਇਆ ਸੀ, ਜਿਵੇਂ ਆ ਹੈਲਮਟ ਨਹੀਂ ਪਾਇਆ ਹੁੰਦਾ, ਥੱਲਿਓਂ ਕੱਸ ਲੈਂਦੇ ਨੇ, ਇਸ ਤਰ੍ਹਾਂ ਉਹਨੂੰ ਗਰਦਨ ਦੇ ਪਿੱਛੋਂ ਤੇ ਥੱਲਿਓਂ ਮਜ਼ਬੂਤੀ ਨਾਲ ਕੱਸਿਆ ਹੋਇਆ ਸੀ। ਪਰ ਜਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਖਪਰਾ ਤੀਰ ਕੜਕ ਕਰਕੇ ਉਹਦੇ ਮੁਕਟ ਤੇ ਲੱਗਿਆ ਤੇ ਸਾਰੀਆਂ ਰੱਸੀਆਂ ਟੁੱਟ ਗਈਆਂ ਤੇ ਮੁਕਟ ਜ਼ਮੀਨ ਤੇ ਡਿੱਗ ਪਿਆ। ਵਿਖ ਕਰ ਬਿਸਮੇ ਹਲ ਚਲੇ ਇਤ ਉਤਕੋ ਹੋਏ। ਇਸ ਤਰ੍ਹਾਂ ਜਦ ਹੋਇਆ ਬਈ ਇਤਨਾ ਮਜ਼ਬੂਤੀ ਨਾਲ ਬੰਨਿਆ ਹੋਇਆ ਮੁਕਟ ਸਾਹਮਣੇ ਡਿੱਗ ਪਿਆ ਤੇ ਦੇਖ ਕੇ ਬੜੇ ਹੈਰਾਨ ਹੋਏ, ਬੜੇ ਵਿਸਮਤ ਹੋਏ ਨੇ ਬਈ ਇਹ ਕੀ ਹੋ ਗਿਆ ਹੈ, ਕਿਵੇਂ ਹੋ ਗਿਆ। ਹਰ ਖਪਰਾ ਧਰਨੀ ਗੜਿਓ ਦੇਖੇ ਸਭ ਕੋਏ। ਇਸ ਤਰ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਵੱਡਾ ਖਪਰਾ ਚਲਾਇਆ, ਉਹ ਇਹਦੇ ਮੁਕਟ ਵਿੱਚੋਂ ਦੀ ਲੰਘਦਾ ਹੋਇਆ ਮੁਕਟ ਨੂੰ ਜ਼ਮੀਨ ਤੇ ਸੁੱਟ ਕੇ ਤੇ ਆਪ ਜ਼ਮੀਨ ਵਿੱਚ ਜਾ ਕੇ ਗੱਡਿਆ ਗਿਆ। ਮਾਨੋ ਇੱਕ ਤਰ੍ਹਾਂ ਨਾਲ ਸੀਮਾ ਰੇਖਾ ਬਣਾ ਦਿੱਤੀ ਮਹਾਰਾਜ ਨੇ, ਬਈ ਇਹ ਤੋਂ ਅੱਗੇ ਨਹੀਂ ਆਉਣ ਦੇਣਾ, ਇੱਥੋਂ ਤੱਕ ਹੀ ਹੈ। ਦੋਹਰਾ ਸਿਰ ਤੇ ਕੰਚਨ ਖੋਦ ਜਬ ਪਗਿਆ ਸਹਿਤ ਗਿਰਾਏ। ਇਹਨੇ ਜਿਹੜੀ ਪੱਗ ਬੰਨੀ ਹੋਈ ਸੀ ਨਾ ਸ਼ਮਲਾ ਨਾਲ ਕੱਢ ਕੇ ਤੇ ਪਿੱਛੇ ਕਮਰ ਤੱਕ ਲੜ ਵੀ ਛੱਡਿਆ ਹੋਇਆ ਸੀ, ਉਹ ਪਗੜੀ ਸਮੇਤ ਮਹਾਰਾਜ ਜੀ ਦੇ ਤੀਰ ਦੀ ਸੋਹ ਨਾਲ ਇਹਦਾ ਮੁਕਟ ਡਿੱਗ ਪਿਆ ਤੇ ਨੰਗੇ ਸਿਰ ਬੌਰੀਆਂ ਖਿਲਰ ਗਈਆਂ। ਨਗਨ ਮੁੰਡ ਮੁੰਡਿਓ ਹੁਤੋ ਪਿਖ ਸਭ ਗਏ ਬਿਸਮਾਏ। ਸਿਰ ਵਿੱਚੋਂ ਸਾਰਾ ਮੁੰਨਿਆ ਸੀ, ਸਾਈਡ ਤੇ ਬੌਰੀਆਂ ਬੌਰੀਆਂ ਜਿਹੀਆਂ ਸਨ, ਉਹ ਖਿਲਰ ਗਈਆਂ। ਤੇ ਅੱਗੇ ਤਾਂ ਸਾਰਿਆਂ ਨੇ ਇਹਨੂੰ ਤਾਜ ਵਿੱਚ ਹੀ ਦੇਖਿਆ ਸੀ। ਉਹ ਇਹਨੂੰ ਦੇਖ ਕੇ ਇੰਝ ਸੋਚਣ ਲੱਗੇ, ਡਰਨ ਲੱਗੇ ਵੀ ਜਿਵੇਂ ਕੋਈ ਸਿਰ ਖੁੱਥੇ ਵਾਲੀ ਚੁੜੇਲ ਸਾਹਮਣੇ ਖੜੀ ਹੁੰਦੀ, ਇਸ ਤਰ੍ਹਾਂ ਇਹ ਨਜ਼ਰ ਆ ਰਿਹਾ ਸੀ। ਨਿਸ਼ਾਨੀ ਛੰਦ
ਇਤ ਉਤ ਸਗਰੇ ਹਲ ਚਲੇ ਕੁਛ ਤਰਾਸ ਉਪੰਨਾ। ਇਸ ਤਰ੍ਹਾਂ ਜਦ ਤੀਰ ਲੱਗਿਆ, ਪੱਗ ਡਿੱਗੀ, ਇਹਦਾ ਤਾਸ ਡੱਗਿਆ ਤੇ ਤੀਰ ਸਾਹਮਣੇ ਖੜਾ ਹੋ ਗਿਆ, ਗੱਡਿਆ ਸਾਹਮਣੇ ਖੜਾ ਨਜ਼ਰ ਆਇਆ ਤਾਂ ਇਹਨਾਂ ਦੀ ਸੈਨਾ 'ਚ ਹਲਚਲ ਮਚ ਗਈ ਤੇ ਬਹੁਤ ਕੁਝ ਡਰ ਪੈਦਾ ਹੋ ਗਿਆ। ਲਲਾ ਬੇਗ ਲਜਤ ਪਇਓ ਮਾਨੋ ਮਨ ਹੰਨਾ। ਤੇ ਲੱਲਾ ਬੇਗ ਆਪਣੀ ਪੱਗ ਲੱਥੀ ਦੇਖ ਕੇ, ਖਿਲਰੀਆਂ ਬੋਰੀਆਂ ਦੇਖ ਕੇ, ਤਾਜ ਥੱਲੇ ਪਿਆ ਦੇਖ ਕੇ ਬਹੁਤ ਸ਼ਰਮਸਾਰ ਹੋਇਆ। ਕਟ ਕੋ ਪਟ ਚਟ ਪਟ ਠਟਿਓ ਲਟ ਪਟਾ ਲਪੇਟਾ। ਔਰ ਫਿਰ ਇਸ ਤਰ੍ਹਾਂ ਨਾਲ ਜਿਹੜਾ ਇਹਨੇ ਕਮਰ ਤੇ ਆਪਣੀ ਤੇ ਕੱਪੜਾ ਬੰਨਿਆ ਹੋਇਆ ਸੀ ਨਾ, ਉਹ ਕਮਰ ਤੋਂ ਖੋਲ ਕੇ ਤੇ ਉਧੜ ਗੁੱਦੜ ਜਿਹਾ ਆਪਣੇ ਸਿਰ ਤੇ ਬੰਨ੍ਹ ਲਿਆ, ਜਿਵੇਂ ਤੂੜੀ ਦੀ ਪੰਡ ਚੁੱਕਣ ਚੱਲਿਆ ਹੋਵੇ। ਇਸ ਤਰ੍ਹਾਂ ਉਧੜ ਗੁੱਦੜ ਜਿਹਾ ਇਹਨੇ ਮੜਾਸਾ ਜਿਹਾ ਕਰ ਲਿਆ। ਝਪਟ ਬਾਗ ਦਬਟਿਓ ਤੁਰੰਗ ਸਟ ਕਿਓ ਮੁਗਲੇਟਾ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ ਝਪਟ ਬਾਗ। ਬੜੇ ਮਹਾਨ ਬੋਲ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ, ਜਿਵੇਂ ਬੜਾ ਸੋਹਣਾ ਆਪ ਜੀ ਦਾ ਜ਼ਿਕਰ ਹੈ। ਵਾਗ ਜਿਹੜੀ ਸੀ ਨਾ, ਇਹਨੇ ਝਪਟ ਲਈ ਆਪਣੇ ਘੋੜੇ ਦੀ, ਐਨ ਝਪੱਟਾ ਮਾਰ ਕੇ, ਵਾਗ ਨੂੰ ਝਪੱਟਾ ਮਾਰ ਕੇ ਤੇ ਪਕੜ ਲਿਆ। ਝਪਟ ਬਾਗ ਘੋੜੇ ਦੀ ਲਗਾਮ, ਸਿਰ ਨੰਗਾ ਮੜਾਸਾ ਜਿਹਾ ਕਰਕੇ ਜਿਵੇਂ ਤੂੜੀ ਢੋਣ ਚੱਲਿਆ ਹੈ। ਤੇ ਇਸ ਤਰ੍ਹਾਂ ਦੇ ਨਾਲ ਦਬਟਿਓ ਤੁਰੰਗ, ਘੋੜੇ ਨੂੰ ਦਬਾ ਕੇ ਚਲਾਇਆ ਤੇ ਸਟ ਕੇ ਉਹ ਮੁਗਲੇਟਾ। ਇਸ ਤਰ੍ਹਾਂ ਮੁਗਲਾਂ ਦਾ ਬੱਚਾ, ਮਾਨੋ ਇਹਦਾ ਦਿਮਾਗ ਹਿੱਲ ਗਿਆ, ਟਲ ਗਿਆ ਮੁਗਲ ਬੱਚਾ। ਗੁਪਿਓ ਬਿਲੋਚਨ ਰਕਤ ਕਰ ਕੇ ਭੁਜਾ ਉਠਾਏ। ਬੜਾ ਲਾਲ ਅੱਖਾਂ ਕੀਤੀਆਂ, ਬੜਾ ਕ੍ਰੋਧ ਵਿੱਚ ਆਇਆ ਵੇ, ਹੈ ਮੇਰੀ ਪੱਗ ਲਾ ਦਿੱਤੀ ਹੈ। ਤੇ ਇਸ ਤਰ੍ਹਾਂ ਲਾਲ ਅੱਖਾਂ ਕਰਕੇ, ਬਾਹਾਂ ਉੱਚੀਆਂ ਕਰਕੇ, ਕਿਉਂ ਨਾ ਕਰਤ ਹੈ ਲਾ ਅਬੈ ਮਾਰੋ ਸਮੁਦਾਇ। ਮੇਰੀ ਪੱਗ ਲੈ ਗਈ ਹੈ, ਤੁਸੀਂ ਅਜੇ ਖੜੇ ਹੋ, ਕਿਉਂ ਹੱਲਾ ਨਹੀਂ ਕਰਦੇ? ਹੁਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰੋ ਸਾਰੇ ਇਕੱਠੇ ਹੋ ਕੇ। ਇੱਕ ਇੱਕ ਛੋਰ ਤੁਫਾਂਗੀ ਕੋ ਖੈਚਿਓ ਖਰ ਖੰਡੇ। ਤੇ ਕੋਝੇ ਦੇ ਸੂਰਮੇ ਦਾ ਚੁੜੇਲ ਵਰਗਾ ਸਿਰ ਦੇਖ ਕੇ, ਮੂੰਹ ਦੇਖ ਕੇ ਤੇ ਮੂੰਹ ਥੱਲੇ ਕਰਕੇ ਹੱਸਦੇ ਵੀ ਪਏ ਬਈ ਤੇਰੀ ਤਾਂ ਪਹਿਲੇ 'ਚ ਹੀ ਪੱਗ ਲੈ ਗਈ ਹੈ ਤੇ ਹੁਣ ਬਾਕੀ ਅੱਗੋਂ ਕੀ ਹੋਣਾ ਹੈ। ਅੱਜ ਤੇਰੀ ਖੈਰ ਨਹੀਂ ਲੱਲਾ ਬੇਗ, ਅੱਜ ਲੱਗਦਾ ਤੇਰੀ ਪੱਗ ਹੀ ਨਹੀਂ ਲੱਥੀ, ਮੁਕਟ ਹੀ ਨਹੀਂ ਲੱਥਾ, ਤੇਰਾ ਸਿਰ ਵੀ ਇੱਥੇ ਹੀ ਲੈ ਜਾਣਾ। ਤੇਰਾ ਸਿਰ ਤਾਂ ਪਹਿਲੇ ਹੀ ਨੰਗਾ ਹੋ ਗਿਆ, ਬੇਇੱਜ਼ਤ ਹੋ ਗਿਆ। ਉੱਚੀ ਉੱਚੀ ਰੌਲਾ ਪਾ ਕੇ ਕਹਿਣ ਲੱਗਾ, ਹੱਲਾ ਕਿਉਂ ਨਹੀਂ ਕਰਦਾ ਏ? ਹਾਂਜੀ, ਕਰਤ ਚਲੋ ਸਿਰ ਧਰ ਜੁਦੇ ਹੈ ਬੇਗ ਪ੍ਰਚੰਡੇ। ਔਰ ਇਸ ਤਰ੍ਹਾਂ ਦੇ ਨਾਲ ਇੱਕ ਇੱਕ ਛੋੜ ਤੁਫਾਨ ਕੋ ਖੈਚੋ ਖਰ ਖੰਡੇ। ਆਖਣ ਲੱਗਾ ਪਹਿਲੇ ਬੰਦੂਕਾਂ ਦਾ ਵਾਰ ਕਰੋ, ਫਿਰ ਖੰਡੇ ਕੱਢ ਲਵੋ। ਕਰਤ ਚਲੋ ਸਰ ਧਰ ਜੁਦੇ, ਇਹਨਾਂ ਸਿੱਖਾਂ ਦੇ ਸਿਰ ਵੱਖਰੇ ਕਰਦੇ ਹੋਏ ਚਲੋ। ਤੇ ਇਸ ਤਰ੍ਹਾਂ ਦੇ ਨਾਲ ਤੇਜ਼ੀ ਨਾਲ ਚਲੋ। ਸੁਨ ਆਇਤ ਕੋ ਤੁਰਕ ਪਟ ਬੜ ਮੁਗਲ ਰਿਸਾਏ। ਇਸ ਤਰ੍ਹਾਂ ਬਹੁਤ ਕ੍ਰੋਧਵਾਨ ਸਾਰੇ ਇਹਨਾਂ ਦੇ ਸੈਨਿਕ ਹੋਏ ਹਨ। ਮੁੰਡਤ ਮੁੰਡ ਬਿਲੰਦ ਜਿਨ ਬੜ ਸ਼ਸਤਰ ਉਠਾਏ। ਔਰ ਇਸ ਤਰ੍ਹਾਂ ਸਿਰ ਮੁੰਨੇ ਹੋਏ ਹਨ ਤੇ ਸ਼ਸਤਰ ਇਹਨਾਂ ਨੇ ਪਕੜੇ ਹੋਏ ਹਨ। ਕਿਉਂ ਹੂੰ ਅਟਕੀ ਪਾਗ ਸਿਰ ਟੇਢੀ ਨਿਤ ਧਾਰੇ। ਜਿਹੜੀ ਬੜੀ ਸੋਹਣੀ ਟੇਢੀ ਪੱਗ ਬੰਨਦਾ ਸੀ ਉਹ ਸਿਰ ਤੇ ਰਹੀ ਨਹੀਂ, ਉਹ ਥੱਲੇ ਡਿੱਗ ਪਈ ਐ। ਜਰੀਦਾਰ ਬੜ ਛੋਰ ਕੋ ਪ੍ਰਿਸ਼ਟੀ ਤੱਕ ਡਾਰੇ। ਬਾਕੀ ਵੀ ਸੂਰਮਿਆਂ ਨੇ ਇਸ ਤਰ੍ਹਾਂ ਹੀ ਪੱਗਾਂ ਬੰਨੀਆਂ ਹੋਈਆਂ ਨੇ, ਜ਼ਰੀਦਾਰ ਲੜ ਪਿੱਛੇ ਛੱਡੇ ਹੋਏ ਹਨ। ਆਮਿਕ ਭੱਖੀ ਅਦਕ ਹੀ ਬੋ ਕਰ ਆਹਾਰੇ। ਤੇ ਮਾਸ ਖਾਣ ਵਾਲੇ ਪੰਛੀ, ਗਿੱਦੜ ਆਦਿਕ ਮਾਸ ਸਾਰੇ ਖਾ ਰਹੇ ਹਨ। ਸੁਰਾਪਾਨ ਕੋ ਪ੍ਰੇਮ ਬੜ ਮਾਨੀ ਮਤਵਾਰੇ। ਇਸ ਤਰ੍ਹਾਂ ਪ੍ਰੇਮ ਦਾ ਸਮਾਂ ਬਣਿਆ ਹੋਇਆ ਹੈ। ਗੁਰੂ ਕੇ ਸਿੱਖਾਂ 'ਚ ਗੁਰੂ ਪ੍ਰਤੀ ਪ੍ਰੇਮ ਹੈ। ਇੱਕ ਬੇਨਤੀ ਕਰਦੇ ਹੀ ਹੈ, ਮੈਂ ਭੁੱਲ ਨਾ ਜਾਵਾਂ, ਕੱਲ ਸਵੇਰੇ ਧੰਨ ਧੰਨ ਮਾਤ ਨਾਨਕੀ ਸਾਹਿਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਜਨਮ ਦੇਣ ਵਾਲੇ ਮਾਤਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਮਾਂ। ਕਹਿੰਦੇ ਨੇ ਦਾਦੀ ਕੋਲ ਦੋ ਮਾਵਾਂ ਦਾ ਦਿਲ ਹੁੰਦਾ।
जे माँ का रुसिया होवे तो दादी कोल मन जाता। प्यार का वड्डा सागर उहदा हिरदा हुंदा। धन धन माता नानकी जी की पावन याद नूं समर्पित होंदियां मैं प्रबंधकां नूं बेनती कीती सी। मैं कि महाराज जी दे परिवार दे 5 मैंबर इत्थे रहे ने। स्वयं गुरु गोबिंद सिंह महाराज, गुरु तेग बहादुर साहिब महाराज, श्री मात नानकी जी, धन धन मात गुजरी साहिबा ते महाराज जी दे सक्के मातुल मामा जी, मामा कृपाल चंद जी। उन्हां दे नाम ते कुछ यादां बनाउणियां चाहीदियां बई इत्थे सामने आउंदियां उन्हां दा नाम पहले आवे। पंडित शिवदत्त जी महाराज दे अनैन सेवक ने, उन्हां दे नाम ते लैब चलदी है, हस्पताल बन जाना, डायलिसिस यूनिट आउण वाले हन, वो लग जाने ने सारे। ते प्रबंधकां ने इस गल का चंगा रिस्पॉन्स दिता। संत बाबा बचन सिंह जी कार सेवा वाले महापुरखों नूं बेनतियां कीतियां। साडे सत्कारयोग सरदार इंद्रजीत सिंह जी नितनेमी जीवन वाले महाराज ने इन्हों मेहर करके अमृत वेला बख्शिया होया। मेरा मन बहुत खुश होता है जदों किसी प्रबंधक नूं अमृतधारी देखदा, अमृत वेले जागदा देखदा, नितनेम करदा देखदा, तो फिर इंज लगता है भी गुरु पातशाह अपने तखत दे, अपने अस्थान दे, अपनियां संस्थावां दे प्रबंध की वागडोर तुसी आप पकड़ी हुई। नितनेमी प्रबंधक आ जाण, अमृतधारी प्रबंधक आ जाण ते आपे काम चंगे होणगे। ते जे प्रबंधक सवेरे उठ के मूँह ही ना धोंदे होण ते अमृत छकण तो भजदे होण ते नितनेम की बाणी का एक अखर भी ना आउंदा होवे ते फिर उन्होंने वो जिहा ही प्रबंध करना। सामने बैठे मैनूं खुशी इस गल, इन्हां सानूं बहुत वधिया रिस्पॉन्स दिता। संत बाबा बचन सिंह जी कार सेवा वाले महापुरखों नूं सरदार अवतार सिंह जी हित मुख सेवादार जी, दास भी नाल गया दिल्ली कि माता नानकी जी के नाम ते तुसी लंगर बनाओ। बहुत वड्डा प्रोजेक्ट है, मल्टी करोड़ जिहड़ी मशीनरी आउणी है, जिहदे विच भाफ विच सारा कुछ बनना, स्टीम दे विच दालां बननगियां, कोई अनटच सारा होएगा, ऑटोमैटिक होएगा, प्रसादे बनणगे। और उहदे नाल नाल एक प्रोविजन होर रखिया होया है भी जिहड़े हत्थां नाल सेवा करन उन्हां वास्ते लोहां भी है ने, बर्तन मांजण वास्ते मशीनां भी ने, ते जिहड़े हत्थां वास्ते सेवा करन उन्हां वास्ते वो सारा प्रबंध भी है भी अपने हत्थां नाल भी सेवा कर लैण। कोई ये ना सोचे भी सेवा तो सानूं वांझा कर दे। वो सारियां तुहाडियां भावनावां, तुहाडियां लोड़ां, सारा एयर कंडीशनर हाल बन रहा है क्योंकि गर्मी का प्रकोप वधदा जा रहा है। अजे सोलर प्रोजेक्ट बाकी है, वो भी शुरू होने हैं, वो भी मल्टी करोड़ प्रोजेक्ट हैगा। तो संत बाबा बचन सिंह जी महापुरखा ने संत बाबा गुरनाम सिंह जी, जगतार सिंह जी आदिक नूं इत्थे सेवा विच निवास के तो शुरुआत बड़ी वधिया महाराज ने करवा ली है। तो कल नूं 6 बजे लैंटर प्रारंभ होना है उस स्थान का, यह लंगर हाल का। तो आप सारे महाराज जी के घर पहुँचे हुए, भावें तो एक निमाणे जे सेवक की बेनती समझ के, तो भावें तुसी जथेदार थापिया हुक्म भी समझ सकते हो, बेनती भी समझ सकते हो, आग्या भी समझ सकते हो, जो मर्जी समझ लो, थोड़ी मर्जी है। कल सवेरे 6 बजे इत्थे अरदास होवेगी, पहले 5:45 बजे, तो फिर हुक्मनामे तो बाद आपां सारे उत्थे लंगर स्थान ते जाके माता नानकी जी की जय जयकार करदियां होया, ज़्यादा नहीं तो 5-5 तसले, 5-5 जेड़े बाटे ने तुसी लंटर की सेवा विच पाउणे ने। तो आप सारिਆਂ ने सेवा करनी है। 5-5 असीं कह रहे हैं, तुहाडी मर्जी 50-50 पा लो। वो नाल मिक्सिंग मशीनां लगियां होईयां ने, सारा कुछ मिक्स होंदा जाएगा तो आपने अपने हाथ सफल करने ने। और ये युगां तक चलन वाले ते युगां तक रहन वाले धन धन माता नानकी जियां दे लंगर की सेवा विच तुसीं अपने हाथ सफल करने।
ਤੇ ਜਦੋਂ ਹਾਲ ਤਿਆਰ ਹੋ ਜਾਏਗਾ, ਗੁਰਪੁਰਬ ਤੱਕ ਤਿਆਰ ਹੋ ਜਾਣਾ, ਜਨਵਰੀ ਤੱਕ, ਤੇ ਤਿਆਰ ਹੋ ਜਾਏਗਾ, ਫਿਰ ਆ ਕੇ ਬੈਠ ਕੇ ਲੰਗਰ ਛਕੋਗੇ ਤੇ ਫਿਰ ਸੰਗਤਾਂ ਮਹਿਸੂਸ ਕਰਨਗੀਆਂ ਬਈ ਇਹ ਲੰਗਰ ਮਾਤਾ ਨਾਨਕੀ ਜੀ ਸਾਨੂੰ ਛਕਾ ਰਹੇ ਨੇ, ਉਹ ਪ੍ਰਸ਼ਾਦੇ ਦੇ ਰਹੇ ਨੇ, ਉਹ ਦਾਲਾਂ ਸਬਜ਼ੀਆਂ ਦੇ ਰਹੇ ਨੇ, ਉਹ ਮਠਿਆਈਆਂ ਵਰਤਾ ਰਹੇ ਨੇ। ਇਹ ਸਾਰਾ ਬੰਦਗੀ ਵਾਲਾ ਮਾਹੌਲ ਬਣਾਇਆ ਜਾ ਰਿਹਾ, ਸਾਰਾ ਭਗਤੀ ਵਾਲਾ ਮਾਹੌਲ ਬਣਾਇਆ ਜਾ ਰਿਹਾ। ਭਰਪੂਰ ਯਤਨ ਹੈ ਪ੍ਰਬੰਧਕਾਂ ਦਾ, ਸਮੂਹ ਸੰਗਤਾਂ ਦਾ, ਕਾਰ ਸੇਵਾ ਵਾਲੇ ਸੰਤ ਬਾਬਾ ਬਚਨ ਸਿੰਘ ਜੀ ਮਹਾਂਪੁਰਖਾਂ ਦਾ। ਆਪ ਸਾਰਿਆਂ ਨੇ ਮਿਲ ਕੇ ਕੱਲ ਆ ਜਾਣਾ। ਇਹ ਨਾ ਹੋਵੇ ਵੀ ਸੰਗਤ ਸੁੱਤੀ ਰਹਿ ਜਾਏ। ਜੇ ਪਟਨਾ ਸਾਹਿਬ ਪਹੁੰਚ ਗਏ ਹੋ ਤੇ ਫਿਰ ਸੌਂ ਕੇ ਸਮਾਂ ਕਿਉਂ ਗੁਜ਼ਾਰਨਾ, ਸਵੇਰੇ 3 ਵਜੇ ਆ ਜਾਇਆ ਕਰੋ। ਨਾਲੇ ਆ ਕੇ ਦੇਖੋ ਸੰਗਤਾਂ ਕਿਵੇਂ ਜਾਪ ਕਰਦੀਆਂ ਨੇ, ਕਿਵੇਂ ਨਿਤਨੇਮ ਕਰਦੀਆਂ ਨੇ, ਕਿਵੇਂ ਮਹਾਰਾਜ ਜੀ ਦੇ ਇਸ਼ਨਾਨ ਦੀਆਂ ਸੇਵਾਵਾਂ ਚੱਲਦੀਆਂ ਨੇ, ਕਿਵੇਂ ਮਹਾਰਾਜ ਦੇ ਬਸਤਰ ਬਦਲੇ ਜਾਂਦੇ ਨੇ, ਤੇ ਕਿਵੇਂ ਸਤਿਗੁਰੂ ਦੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ। ਇਹ ਤਾਂ ਸੁੱਤਿਆਂ ਨਹੀਂ ਮਿਲ ਸਕਦੀ, ਇਹ ਤਾਂ ਆ ਕੇ ਹੀ ਤੁਸੀਂ ਦੀਦਾਰ ਕਰ ਸਕਦੇ ਹੋ। ਸਾਹਿਬ ਮੇਰਾ ਭਰਿਆ ਹੱਥ ਰੱਖ ਦੇਵਣ। ਆਪ ਸਾਰਿਆਂ ਨੇ ਗੁਜ਼ਾਰਿਸ਼ ਨੋਟ ਕਰ ਲੈਣਾ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬਾਕੀ ਵਿਚਾਰ ਕੱਲ੍ਹ ਆਪ ਸਰਵਣ ਕਰੋਗੇ ਵੀ ਕਿਵੇਂ ਮਹਾਰਾਜ ਜੀ ਨੇ ਯੁੱਧ ਮਚਾਇਆ। ਪਹਿਲਾ ਤੀਰ ਦਾ ਤੁਸੀਂ ਦਰਸ਼ਨ ਕਰ ਲਿਆ, ਅਗਲੇ ਤੀਰ ਕਿਵੇਂ ਚੱਲਣਗੇ ਤੇ ਕਿਵੇਂ ਗੁਰਸਿੱਖ ਜੈਕਾਰੇ ਗਜਾਉਣਗੇ ਤੇ ਜਿੱਤ ਦੇ ਰਣਜੀਤ ਨਗਾਰੇ ਵੱਜਣਗੇ। ਇਹ ਹੁਣ ਆਉਣ ਵਾਲੇ ਪ੍ਰਸੰਗ ਆਪ ਭਲੀ ਭਾਂਤ ਸਰਵਣ ਕਰੋਗੇ। ਬਾਰੰਬਾਰ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ 2 ਮਿੰਟ ਲਈ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਸਾਰਿਆਂ ਨੇ ਉੱਚੀ ਧੁਨ ਵਿੱਚ ਜਾਪ ਕਰਨਾ ਹੈ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।